ਹੈਲੋ ਸਟੂਡੈਂਟਸ, ਬੇਟਾ ਆਪਣੀ ਯੂਨਿਟ 10th ਚੱਲ ਰਹੀ ਸੀ ਹੈਲੋਲਕੇਨਸ ਅਤੇ ਹੈਲੋਰੀਨਸ, ਜਿਸ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀਗਾ ਕਿ ਫਸਟ ਆਫ ਆਲ ਆਪਾਂ ਹੈਲੋਲਕੇਨਸ ਬਾਰੇ ਡਿਸਕਸ ਕਰਾਂਗੇ। ਠੀਕ ਹੈ, ਤਾਂ ਹੈਲੋਲਕੇਨਸ ਆਪਣਾ ਟੌਪਿਕ ਚੱਲ ਰਿਹਾ ਸੀ ਮੈਥਡਸ ਆਫ ਪ੍ਰੈਪਰੇਸ਼ਨ ਆਫ ਹੈਲੋਅਲਕੇਨਸ। ਮੈਥਡਸ ਆਫ ਪ੍ਰੈਪਰੇਸ਼ਨ of ਹੈਲੋਅਲਕੇਨਸ। ਮੈਥਡਸ ਆਫ ਪ੍ਰੈਪਰੇਸ਼ਨ ਆਫ ਹੈਲੋਅਲਕੇਨਸ ਤੋਂ ਪਹਿਲਾਂ ਤੁਹਾਨੂੰ ਇਹਨਾਂ ਦਾ ਜਨਰਲ ਫਾਰਮੂਲਾ ਪਤਾ ਹੋਣਾ ਚਾਹੀਦਾ ਰਹੇ ਕਿ ਹੈਲੋਅਲਕੇਨਸ ਦਾ ਜਨਰਲ ਫਾਰਮੂਲਾ ਕੀ ਆ। ਫਸਟ ਆਫ ਆਲ ਮੈਂ ਤੁਹਾਨੂੰ ਸਟਾਰਟਿੰਗ ਤੋਂ ਲੈਕਚਰ ਦੇ ਵਿੱਚ ਸਮਝਾਇਆ ਸੀਗਾ ਕਿ ਹੈਲੋ ਮੀਨਸ ਹੈਲੋਜਨਸ ਨੂੰ ਆਪਾਂ ਡਿਨੋਟ ਕਰਦੇ ਹਾਂ ਐਕਸ ਨਾਲ। ਅਲਕੇਨਸ ਮੀਨਸ ਕੋਈ ਵੀ ਆਪਣੇ ਕੋਲੇ ਆਰ ਗਰੁੱਪ। ਓਕੇ, ਤਾਂ ਆਪਾਂ ਆਰ ਐਕਸ ਨੂੰ ਕੀ ਕਹਾਂਗੇ, ਆਰ ਐਕਸ ਗਰੁੱਪ ਕਿਹੜਾ ਹੋਊਗਾ, ਹੈਲੋਅਲਕੇਨਸ। ਓਕੇ, ਤੇ ਇਸ ਵਿੱਚ ਮੈਥਡ ਆਫ ਪ੍ਰੈਪਰੇਸ਼ਨ ਸੀਗਾ। ਅਗਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਮਰਾਈਜ਼ ਕਰਵਾਵਾਂ ਤਾਂ ਮੈਂ ਇੱਥੇ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਕੋਲੇ ਟੋਟਲ 4 ਮੈਥਡਸ ਆਫ ਪ੍ਰੈਪਰੇਸ਼ਨ ਸੀਗੇ, ਜਿਸ ਦੇ ਵਿੱਚ ਆਪਾਂ ਨੇ ਫਸਟ ਮੈਥਡ ਫਰੋਮ ਐਲਕੋਹਲਸ ਇਹ ਆਪਾਂ ਕੰਪਲੀਟ ਕਰ ਚੁੱਕੇ ਹਾਂ। ਠੀਕ ਹੈ ਜੀ, ਤਾਂ ਇਹਦੇ ਲਈ ਪਹਿਲਾਂ ਤੁਹਾਨੂੰ ਲਾਸਟ ਵੀਡੀਓ ਨੂੰ ਅੱਛੀ ਤਰ੍ਹਾਂ ਕਲੀਅਰ ਕਰ ਲਓ। ਜਿਹੜਾ ਮੈਂ ਇਸ ਦਾ ਫਸਟ ਪਾਰਟ ਪਾਇਆ ਸੀਗਾ ਫਰੋਮ ਐਲਕੋਹਲਸ, ਇਹਦੇ ਅੱਗੇ ਫਿਰ 3 ਪਾਰਟ ਸੀਗੇ, ਤਾਂ ਮੈਂ ਉਹ ਲੈਕਚਰ ਦੇ ਲਾਸਟ 'ਤੇ ਇਹਦੀ ਸਮਰੀ ਵੀ ਕਰਵਾਈ ਸੀ। ਓਕੇ, ਉਸ ਤੋਂ ਬਾਅਦ ਸੈਕਿੰਡ ਮੈਥਡ ਕਿਹੜਾ ਸੀਗਾ ਰਾਜੇ, ਫਰੋਮ ਹਾਈਡਰੋਕਾਰਬਨਸ। ਸੈਕਿੰਡ ਮੈਥਡ ਇਜ਼ ਫਰੋਮ ਹਾਈਡਰੋਕਾਰਬਨਸ। ਤਾਂ ਹੁਣ ਆਪਾਂ ਹਾਈਡਰੋਕਾਰਬਨਸ ਯੂਜ਼ ਕਰਕੇ ਕਿਵੇਂ ਹੈਲੋਅਲਕੇਨਸ ਦੀ ਫਾਰਮੇਸ਼ਨ ਕਰ ਸਕਦੇ ਹਾਂ, ਤਾਂ ਆਪਾਂ ਨੇ ਅੱਜ ਸੈਕਿੰਡ ਮੈਥਡ ਬਾਰੇ ਡਿਸਕਸ ਕਰਨਾ। ਓਕੇ ਰਾਜੇ, ਤਾਂ ਹੁਣ ਆਪਾਂ ਦੇਖੋ ਥਰਡ ਮੈਥਡ ਵੀ ਪਹਿਲਾਂ ਤੁਹਾਨੂੰ ਇੱਕ ਵਾਰ ਰਿਕੈਪ ਕਰਵਾ ਦਾਂ। ਥਰਡ ਮੈਥਡ ਆਪਣੇ ਕੋਲ ਕੀ ਸੀਗਾ, ਬਾਏ ਹੈਲੋਜਨ ਐਕਸਚੇਂਜ ਮੈਥਡ। ਬਾਏ ਹੈਲੋਜਨ ਐਕਸਚੇਂਜ ਮੈਥਡ। ਠੀਕ ਹੈ ਜੀ, ਇਹ ਆਪਣੇ ਕੋਲ ਕੀ ਸੀਗਾ ਬੇਟਾ ਜੀ, ਥਰਡ ਮੈਥਡ। ਉਸ ਤੋਂ ਬਾਅਦ ਆਪਣੇ ਕੋਲ ਫੋਰਥ ਮੈਥਡ ਕੀ ਸੀਗਾ, ਫੋਰਥ ਮੈਥਡ ਇਜ਼ ਦਾ ਫਰੋਮ ਸਿਲਵਰ ਸਾਲਟ ਆਫ ਕਾਰਬੋਕਸਿਲਿਕ ਐਸਿਡਸ। ਫਰੋਮ ਸਿਲਵਰ ਸਾਲਟ ਆਫ ਕਾਰਬੋਕਸਿਲਿਕ ਐਸਿਡਸ ਜਾਂ ਇਹ ਕਹਿ ਸਕਦੇ ਹੋ ਤੁਸੀਂ, ਜਾਂ ਫਿਰ ਮੈਂ ਤੁਹਾਨੂੰ ਪਹਿਲਾਂ ਰੀਅਰੇਂਜਮੈਂਟ ਰਿਐਕਸ਼ਨ ਦੱਸਿਆ ਸੀਗਾ। ਅਗਰ ਤੁਸੀਂ ਰੀਅਰੇਂਜਮੈਂਟ ਲਰਨ ਕੀਤਾ ਹੋਇਆ ਤਾਂ ਤੁਸੀਂ ਇੱਥੇ ਰੀਅਰੇਂਜਮੈਂਟ ਰਿਐਕਸ਼ਨਸ ਵੀ ਕਰ ਸਕਦੇ ਹੋ। ਰੀਅਰੇਂਜਮੈਂਟ ਰਿਐਕਸ਼ਨਸ। ਓਕੇ ਰਾਜੇ, ਬਹੁਤ ਸਿੰਪਲ ਨੇ ਇਹ ਵਾਲੀਆਂ ਰਿਐਕਸ਼ਨਸ। ਤਾਂ ਅੱਜ ਆਪਾਂ ਸੈਕਿੰਡ ਮੈਥਡ ਸਟਾਰਟ ਕਰਨ ਜਾ ਰਹੇ ਹਾਂ ਫਰੋਮ ਹਾਈਡਰੋਕਾਰਬਨਸ। ਹੁਣ ਆਪਾਂ ਹਾਈਡਰੋਕਾਰਬਨਸ ਬਾਰੇ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਹਾਈਡਰੋਕਾਰਬਨਸ ਹੁੰਦੇ ਕੀ ਨੇ। ਹਾਈਡਰੋ ਮਤਲਬ ਹਾਈਡਰੋਜਨ, ਕਾਰਬਨਸ ਮਤਲਬ ਕਾਰਬਨ ਗਰੁੱਪ। ਠੀਕ ਹੈ, ਤਾਂ ਇਟ ਮੀਨਸ ਜੋ ਕਾਰਬਨ ਅਤੇ ਹਾਈਡਰੋਜਨ ਤੋਂ ਕੰਪਾਊਂਡਸ ਬਣਦੇ ਨੇ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਹਾਈਡਰੋਕਾਰਬਨਸ। ਠੀਕ ਹੈ, ਤਾਂ ਇੱਥੇ ਹਾਈਡਰੋਕਾਰਬਨਸ ਦੇ ਅੰਡਰ ਕਿਹੜੀ ਕੈਟਾਗਰੀਜ਼ ਹੋ ਸਕਦੀਆਂ ਨੇ ਆਪਣੇ ਕੋਲੇ। ਹਾਈਡਰੋਕਾਰਬਨਸ 'ਚ ਕੀ ਪਾਰਟ ਆ ਜਾਂਦਾ ਬੇਟਾ, ਐਲਕੇਨਸ ਆ ਜਾਂਦੇ ਨੇ, ਐਲਕੀਨਸ ਆ ਜਾਂਦੀਆਂ ਨੇ। ਠੀਕ ਹੈ, ਦੈਨ ਉਸ ਤੋਂ ਬਾਅਦ ਐਲਕਾਇਨਸ ਮਤਲਬ ਸਿੰਗਲ ਬੌਂਡ ਆ ਗਿਆ, ਡਬਲ ਬੌਂਡ ਆ ਗਿਆ, ਟ੍ਰਿਪਲ ਬੌਂਡ ਆ ਗਿਆ। ਠੀਕ ਹੈ, ਤਾਂ ਅੱਜ ਆਪਾਂ ਅਲਕਾਇਨਸ ਯੂਜ਼ ਕਰਕੇ ਕੀ ਬਣਾਵਾਂਗੇ, ਹੈਲੋਅਲਕੇਨਸ ਬਣਾਵਾਂਗੇ, ਮਤਲਬ ਆਰ ਐਕਸ ਗਰੁੱਪ ਦੀ ਪ੍ਰੈਪਰੇਸ਼ਨ ਕਰਾਂਗੇ। ਓਕੇ ਬੇਟਾ, ਤਾਂ ਹੁਣ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਮੈਥਡ ਸੈਕਿੰਡ ਫਰੋਮ ਹਾਈਡਰੋਕਾਰਬਨਸ। ਤਾਂ ਫਰੋਮ ਹਾਈਡਰੋਕਾਰਬਨਸ ਦੇ ਵਿੱਚ ਦੇਖੋ ਸੈਕਿੰਡ ਮੈਥਡ ਫਰੋਮ ਹਾਈਡਰੋਕਾਰਬਨਸ। ਤਾਂ ਫਰੋਮ ਹਾਈਡਰੋਕਾਰਬਨਸ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕਿਆ ਕਿ ਹਾਈਡਰੋਕਾਰਬਨਸ ਦੇ ਵਿੱਚ ਆਪਣੇ ਕੋਲ ਕੀ ਪਾਰਟ ਆਊਗਾ, ਐਲਕੇਨਸ, ਅਲਕੀਨਸ, ਅਲਕਾਇਨਸ। ਠੀਕ ਹੈ ਜੀ, ਤਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਲੈਂਦੇ ਹਾਂ ਬੇਟਾ ਫਰੋਮ ਐਲਕੇਨਸ। ਹੁਣ ਐਲਕੇਨਸ ਤਾਂ ਸਭ ਨੂੰ ਪਤਾ ਹੀ ਹੋਊਗਾ, ਐਲਕੇਨਸ ਕਿਹਨਾਂ ਨੂੰ ਕਹਿੰਦੇ ਨੇਗੇ, ਏਨਸ ਮਤਲਬ ਸਿੰਗਲ ਬੌਂਡ। ਠੀਕ ਆ, ਤਾਂ ਜਿਹੜੀ ਕੰਪਾਊਂਡਸ ਦੇ ਵਿੱਚ ਆਪਣੇ ਕੋਲ ਕਾਰਬਨ ਸਿੰਗਲ ਬੌਂਡ ਹੁੰਦਾ ਉਹ ਕੀ ਹੁੰਦੀਆਂ ਨੇ, ਐਲਕੇਨਸ ਹੁੰਦੀਆਂ ਨੇ। ਓਕੇ ਬੇਟਾ, ਤਾਂ ਹੁਣ ਆਪਾਂ ਐਲਕੇਨਸ ਯੂਜ਼ ਕਰਕੇ ਕੀ ਬਣਾਉਣੇ ਨੇ, ਹੈਲੋਅਲਕੇਨਸ ਬਣਾਉਣੇ ਨੇ। ਠੀਕ ਹੈ ਰਾਜੇ, ਤਾਂ ਹੁਣ ਦੇਖੋ ਅਲਕੇਨਸ ਦੀ ਪਹਿਲਾਂ ਆਪਾਂ ਬਿਲਕੁਲ ਸਿੰਪਲ ਐਗਜ਼ਾਮਪਲ ਲੈਂਦੇ ਹਾਂ। ਲਾਈਕ ਸੇ ਐਗਜ਼ਾਮਪਲ ਆਪਾਂ CH4 ਨੂੰ ਤਾਂ ਸਾਰੇ ਜਾਣਦੇ ਹੋ ਰਾਜੇ, CH4 ਦੈਟ ਇਜ਼ ਕਾਲਡ ਦਾ ਮੀਥੇਨ। ਬਿਲਕੁਲ ਸਿੰਪਲ ਐਗਜ਼ਾਮਪਲ ਲਈ ਆ। ਠੀਕ ਹੈ, CH4 ਮੀਨਸ ਮੀਥੇਨ ਆਪਾਂ ਨੇ ਲੈ ਲਈ, ਅਤੇ ਆਪਾਂ ਨੇ ਇਸ ਦੇ ਵਿੱਚ ਲਗਾਉਣਾ ਕੀ ਹੈ ਕਿ ਇੱਕ H ਰਿਮੂਵ ਕਰਕੇ ਦੀ ਜਗ੍ਹਾ 'ਤੇ ਕੀ ਲੱਗ ਜਾਵੇ, ਕੋਈ ਵੀ ਹੈਲੋਜਨ ਗਰੁੱਪ ਲੱਗ ਜਾਏ, ਤਾਂ ਇਹ ਕੀ ਬਣ ਜੂਗਾ, ਹੈਲੋਅਲਕੇਨ ਬਣ ਜੂਗਾ। ਅਗਰ ਆਪਾਂ ਨੇ ਕੋਈ ਵੀ ਹੈਲੋਜਨ ਗਰੁੱਪ ਲਗਾਉਣਾ ਤਾਂ ਓਬਵੀਅਸ ਆਪਾਂ ਨੂੰ ਇਸ ਦੇ ਵਿੱਚ ਹੈਲੋਜਨ ਦੀ ਐਡੀਸ਼ਨ ਕਰਵਾਉਣੀ ਪੈਣੀ ਆ। ਠੀਕ ਹੈ, ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ, HNu ਦੀ ਪ੍ਰੈਜ਼ੈਂਸ। HNu ਦਾ ਮਤਲਬ ਕੀ ਹੁੰਦਾ ਹੈ ਰਾਜੇ, ਵੀ ਰਿਐਕਸ਼ਨ ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ ਹੋਈ ਆ।
ठीक है जी। तो हुण देखो अपने कोले जो X2 ग्रुप आ इत्थे X2 की हो सकदा दैट इज़ द क्लोरीन ब्रोमीन आयोडीन, ठीक है, क्लोरीन ब्रोमीन आयोडीन। बट ਇੱਥੇ ਆਪਾਂ ਫਲੋਰੀਨ ਨਹੀਂ ਲੈ ਸਕਦੇ ਹੈਗੇ, ਡਾਇਰੈਕਟ ਫਲੋਰੀਨ ਨਹੀਂ ਲੈ ਸਕਦੇ ਬਿਕੋਜ਼ ਫਲੋਰੀਨ ਦੇ ਵਿੱਚ ਰਾਜੇ ਫਲੋਰੀਨ ਦਾ ਸਿੰਗਲ ਬੌਂਡ ਹੋਣ ਕਰਕੇ ਫਲੋਰੀਨ ਬਹੁਤ ਜ਼ਿਆਦਾ ਰਿਐਕਟਿਵ ਹੁੰਦੀ ਆ, ਹਾਈਲੀ ਰਿਐਕਟਿਵ। ਤਾਂ ਰਿਐਕਟਿਵ ਹੋਣ ਕਰਕੇ ਆਪਾਂ ਡਾਇਰੈਕਟ ਫਲੋਰੀਨ ਨੂੰ ਯੂਜ਼ ਨਹੀਂ ਕਰ ਸਕਦੇ ਹੈਗੇ ਬਿਕੋਜ਼ ਇਟ ਸ਼ੋਜ਼ ਐਕਸਪਲੋਜ਼ਨਸ, ਠੀਕ ਹੈ, ਮਤਲਬ ਇਹਦੇ ਕਰਕੇ ਰਿਐਕਸ਼ਨਸ ਐਕਸਪਲੋਸਿਵ ਹੋ ਜਾਂਦੀਆਂ ਨੇ, ठीक है जी। ਤਾਂ ਕਰਕੇ बेटा ਆਪਾਂ क्लोरीन ब्रोमीन ਤੇ ਆਇਓਡੀਨ ਦੇ ਕੰਪਾਊਂਡਸ ਬਣਾ ਸਕਦੇ ਹਾਂ ਇੱਥੇ, ਠੀਕ ਹੈ। ਤਾਂ ਹੁਣ ਦੇਖੋ ਧਿਆਨ ਨਾਲ ਸਮਝੋ ਵੀ ਰਿਐਕਸ਼ਨ ਹੋਈ ਕਿਵੇਂ। ਆਪਣੇ ਕੋਲੇ ਮਿਥੇਨ ਗਰੁੱਪਾਂ ਦਾ ਆਪਾਂ X2 ਮਤਲਬ ਹੈਲੋਜਨ ਦੀ ਐਡੀਸ਼ਨ ਕਰਵਾ ਰਹੇ ਹਾਂ। ਐਕਚੁਅਲੀ ਜਦੋਂ ਸਨਲਾਈਟ ਦੀ ਆਪਾਂ ਐਡੀਸ਼ਨ ਕਰਵਾ ਦਿੰਦੇ ਹਾਂ ਤਾਂ ਉੱਥੇ ਆਪਣੇ ਕੋਲੇ ਜੋ ਮੈਕੈਨਿਜ਼ਮ ਹੁੰਦਾ ਦੈਟ ਮੈਕੈਨਿਜ਼ਮ ਇਜ਼ ਦਾ ਫ੍ਰੀ ਰੈਡੀਕਲ ਮੈਕੈਨਿਜ਼ਮ ਕਿਹੜਾ ਹੁੰਦਾ ਰਾਜੇ? ਫ੍ਰੀ ਰੈਡੀਕਲ ਮੈਕੈਨਿਜ਼ਮ। ਹੁਣ ਇਹ ਫ੍ਰੀ ਰੈਡੀਕਲ ਦਾ ਮੀਨਿੰਗ ਕੀ ਹੋਇਆ? ਤੁਸੀਂ +1 'ਚ ਪੜ੍ਹ ਕੇ ਵੀ ਆਏ ਹੋਵੋਗੇ, ਠੀਕ ਹੈ, ਕਿ ਫ੍ਰੀ ਰੈਡੀਕਲ ਕਹਿੰਦੇ ਕਿਹਨੂੰ ਨੇ? ਨਿਊਕਲੀਓਫਾਈਲਸ ਕੀ ਹੁੰਦੇ ਨੇ, ਇਲੈਕਟ੍ਰੋਫਾਈਲਸ ਕੀ ਹੁੰਦੇ ਨੇ। ਅਗਰ ਨਹੀਂ ਪਤਾ ਹੈਗਾ ਤਾਂ ਮੈਂ ਇੱਥੇ ਥੋੜ੍ਹਾ ਜਿਹਾ ਪਹਿਲਾਂ ਤੁਹਾਨੂੰ ਫ੍ਰੀ ਰੈਡੀਕਲ ਬਾਰੇ ਦੱਸਦੀ ਹਾਂ। ਫ੍ਰੀ ਰੈਡੀਕਲ ਕੀ ਹੁੰਦਾ ਬੇਟਾ? ਸਪੋਜ਼ ਆਪਣੇ ਕੋਲੇ ਕੋਈ ਵੀ ਮੋਲੀਕਿਊਲ ਆ, ਠੀਕ ਆ, ਬੌਂਡ 2 ਐਟਮ ਆਪਸ 'ਚ ਜੁੜੇ ਹੋਏ ਨੇ, ਠੀਕ ਹੈ। ਇਹ ਮੰਨ ਲਓ ਇਹ ਹਾਈਡਰੋਜਨ ਵੀ ਹੋ ਸਕਦਾ, ਕਲੋਰੀਨ ਕੋਈ ਵੀ ਐਟਮ ਮਤਲਬ ਜਿਨ੍ਹਾਂ ਦਾ ਬੌਂਡ ਬਣਿਆ ਹੋਇਆ। ਤਾਂ ਜਦੋਂ ਆਪਾਂ ਸਨਲਾਈਟ ਦੀ ਐਡੀਸ਼ਨ ਕਰਵਾਉਂਦੇ ਹਾਂ ਤਾਂ ਇੱਥੇ ਇਹਨਾਂ ਦਾ ਜਿਹੜਾ ਬੌਂਡ ਹੈਗਾ ਉਹ ਸਿਮੈਟ੍ਰਿਕਲੀ ਬ੍ਰੇਕ ਹੋ ਜਾਂਦਾ, ਠੀਕ ਹੈ। ਮਤਲਬ ਇੱਕ ਇਲੈਕਟ੍ਰੋਨ ਇੱਧਰ ਸ਼ਿਫਟ ਹੋ ਗਿਆ, ਇੱਕ ਇਲੈਕਟ੍ਰੋਨ ਇੱਧਰ ਸ਼ਿਫਟ ਹੋ ਗਿਆ, ਤਾਂ ਇਹਦੇ ਕੋਲ ਵੀ ਇੱਕ ਇਲੈਕਟ੍ਰੋਨ ਚਲਾ ਜਾਊਗਾ, ਇਸ ਦੇ ਕੋਲ ਵੀ ਇੱਕ ਇਲੈਕਟ੍ਰੋਨ ਚਲਾ ਜਾਊਗਾ। ਤਾਂ ਜਦੋਂ ਕੋਈ ਵੀ ਐਟਮ ਔਡ ਨੰਬਰ ਆਫ ਇਲੈਕਟ੍ਰੋਨ ਨਾਲ ਬ੍ਰੇਕ ਹੋ ਜਾਵੇ, ਉਹਦਾ ਬੌਂਡ ਮਤਲਬ ਹੋਮੋਲਿਟਿਕ ਕਲੀਵੇਜ ਹੋ ਜਾਵੇ। ਹੋਮੋਲਿਟਿਕ ਦਾ ਮਤਲਬ ਕੀ ਹੁੰਦਾ ਗਾ ਕਿ ਬੌਂਡ ਬਿਲਕੁਲ ਸੈਂਟਰ 'ਚੋਂ ਬ੍ਰੇਕ ਹੋਊਗਾ, ਠੀਕ ਹੈ। ਅਗਰ ਹੋਮੋਲਿਟਿਕ ਕਲੀਵੇਜ ਹੋ ਜਾਵੇ ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹੁੰਦੇ ਹਾਂ? ਫ੍ਰੀ ਰੈਡੀਕਲ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਬੇਟਾ? ਫ੍ਰੀ ਰੈਡੀਕਲ, ਠੀਕ ਆ। ਤਾਂ ਹੁਣ ਇਸ ਕੇਸ ਦੇ ਵਿੱਚ ਕੀ ਹੋਇਆ? ਕੁਛ ਇੱਦਾਂ ਹੀ ਹੋਇਆ ਕਿ ਆਪਾਂ ਨੇ ਮਿਥੇਨ ਲਿਆ, ਨਾਲ X2 ਦੀ ਐਡੀਸ਼ਨ ਕਰਵਾਤੀ, ਠੀਕ ਹੈ। ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਕੀ ਬਣ ਕੇ ਆਉਣਾ? ਇੱਥੇ ਫ੍ਰੀ ਰੈਡੀਕਲ ਬਣ ਕੇ ਆਉਣਾ, ਠੀਕ ਹੈ ਰਾਜੇ। ਤਾਂ ਹੁਣ ਜਿੱਦਾਂ ਆਪਣੇ ਕੋਲੇ XX ਗਰੁੱਪ ਆ, ਠੀਕ ਹੈ, ਕਿਹੜਾ ਗਰੁੱਪ ਹੈਗਾ ਆਪਣੇ ਕੋਲੇ? X, ਸੇਮ ਉਸ ਤੋਂ ਬਾਅਦ X। ਤਾਂ ਹੁਣ ਦੇਖੋ ਜਦੋਂ ਹੀ ਇਹਦੇ ਵਿੱਚੋਂ ਸਨਲਾਈਟ ਪਾਸ ਕਰਵਾਈ ਜਾਂਦੀ ਹੈ ਤਾਂ ਇੱਧਰੋਂ ਇਹਦਾ ਬੌਂਡ ਬ੍ਰੇਕ ਹੋ ਜਾਣਾ, ਤਾਂ ਇੱਥੇ ਫ੍ਰੀ ਰੈਡੀਕਲ ਕ੍ਰੀਏਟ ਹੋ ਜਾਊਗਾ X ਦਾ। ਸੇਮ ਹੀ ਇੱਥੇ ਆਪਣੇ ਕੋਲੇ ਸੈਕਿੰਡ ਰਿਐਕਟੈਂਟ ਕੀ ਹੈਗਾ? ਮਿਥੇਨ ਆ, ਇਹਦਾ ਵੀ ਫ੍ਰੀ ਰੈਡੀਕਲ ਜਨਰੇਟ ਹੋ ਜਾਊਗਾ, ਠੀਕ ਹੈ। ਤਾਂ ਇੱਕ ਫ੍ਰੀ ਰੈਡੀਕਲ, ਇੱਕ ਬੌਂਡ ਇਸ ਦਾ, ਇੱਕ ਬੌਂਡ ਇਹਦਾ, ਇਹ ਤਾਂ ਆਪਣੇ ਕੋਲ ਕੀ ਬਣ ਗਿਆ? HX ਗਰੁੱਪ ਬਣ ਗਿਆ, ਠੀਕ ਹੈ। ਤਾਂ ਹੁਣ ਇੱਕ ਇਲੈਕਟ੍ਰੋਨ ਇਸ ਦਾ ਅਤੇ ਇੱਕ ਇਲੈਕਟ੍ਰੋਨ ਇਸ ਦਾ, ਇਹ ਦੋਵੇਂ ਔਡ ਇਲੈਕਟ੍ਰੋਨ ਪਏ ਨੇ, ਇਹ ਦੋਵੇਂ ਆਪਸ ਦੇ ਵਿੱਚ ਬੌਂਡ ਬਣਾ ਲੈਣਗੇ। ਇੱਧਰੋਂ ਇਹ HX ਗਰੁੱਪ ਆ, ਇਹ ਰਿਲੀਜ਼ ਹੋ ਜਾਊਗਾ, ਠੀਕ ਹੈ। ਤਾਂ ਆਪਣੇ ਕੋਲ ਪ੍ਰੋਡਕਟਸ ਕੀ ਬਣ ਕੇ ਆਉਣਗੇ ਬੇਟਾ? ਕਾਰਬਨ ਦੇ ਨਾਲ 3 ਹਾਈਡਰੋਜਨ ਤਾਂ ਹੈਗੀਆਂ ਹੀ ਸੀਗੀਆਂ। ਹੁਣ ਇੱਧਰੋਂ ਜਿਹੜੀ ਆਹ ਵਾਲੀ ਕਾਰਬਨ ਦਾ ਇਲੈਕਟ੍ਰੋਨ ਅਤੇ ਇੱਧਰੋਂ X ਦਾ ਇਲੈਕਟ੍ਰੋਨ, ਇਹਨਾਂ ਦਾ ਆਪਸ ਦੇ ਵਿੱਚ ਕੀ ਬਣ ਗਿਆ? X ਬੌਂਡ ਬਣ ਗਿਆ, ਜਿਹਦੇ ਨਾਲ ਜਿਹੜਾ H ਸੀਗਾ ਉਹ ਕਿਹਦੇ ਨਾਲ ਰਿਪਲੇਸ ਹੋ ਗਿਆ? ਇੱਧਰੋਂ X ਨਾਲ ਅਟੈਚ ਹੋ ਜਾਊਗਾ, ਠੀਕ ਹੈ ਜੀ। ਤਾਂ ਹੁਣ ਦੇਖੋ ਆਪਣੇ ਕੋਲ ਕਿਹੜਾ ਗਰੁੱਪ ਲੱਗ ਗਿਆ? ਇਹ ਕਿਹੜਾ ਗਰੁੱਪ ਬਣ ਗਿਆ ਬੇਟਾ? RX ਗਰੁੱਪ, ਠੀਕ ਹੈ। ਕਿਹੜਾ ਗਰੁੱਪ ਬਣ ਗਿਆ? RX ਗਰੁੱਪ, ਮਤਲਬ ਹੈਲੋਲਕੇਨਸ ਦੀ ਫਾਰਮੇਸ਼ਨ ਹੋ ਗਈ, ਓਕੇ। ਤਾਂ ਹੁਣ ਆਪਾਂ ਹੈਲੋਲਕੇਨਸ ਦੀ ਪ੍ਰੈਪਰੇਸ਼ਨ ਕਰ ਲਈ, ਠੀਕ ਹੈ, ਫਰੋਮ ਅਲਕੇਨਸ। ਇਹਦੀ ਮੈਂ ਇੱਕ ਸਿੰਪਲ ਐਗਜ਼ਾਮਪਲ ਲਈ ਹੈ, ਤੁਹਾਨੂੰ ਇੱਕ ਸਿੰਪਲ ਕਾਰਬਨ ਐਟਮ, ਇੱਕ ਕਾਰਬਨ ਐਟਮ ਵਾਲਾ ਕੰਪਾਊਂਡ ਲਿਆ, ਠੀਕ ਹੈ। ਤਾਂ ਮੈਂ ਹੁਣ ਸੈਕਿੰਡ ਕਾਰਬਨ ਐਟਮ ਵਾਲਾ ਕੰਪਾਊਂਡ ਲਊਂਗੀ, ਮਤਲਬ ਦੁਬਾਰਾ ਦੱਸ ਰਹੀ ਹਾਂ ਮੈਂ ਤੁਹਾਨੂੰ, ਹਾਈਡਰੋਕਾਰਬਨ ਦੀ ਇੱਕ ਐਗਜ਼ਾਮਪਲ ਲੈ ਲਈ ਮਿਥੇਨ। ਹੁਣ ਆਪਾਂ ਕੀ ਲੈ ਲੈਣੇ? ਇਥੇਨ। ਇਥੇਨ ਦਾ ਤਾਂ ਮਤਲਬ ਸਮਝਦੇ ਹੋ, ਇਥੇਨ ਦਾ ਮਤਲਬ ਕੀ ਹੋਊਗਾ? ਜਿਸ ਦੇ ਵਿੱਚ ਆਪਣੇ ਕੋਲੇ 2 ਕਾਰਬਨ ਐਟਮਸ ਹੋਣ, ਠੀਕ ਹੈ ਜੀ। ਤਾਂ ਹੁਣ ਦੇਖੋ ਬੇਟਾ ਆਪਾਂ 2 ਕਾਰਬਨ ਐਟਮ ਵਾਲਾ ਲੈਣੇ ਕੰਪਾਊਂਡ CH3CH3, ਠੀਕ ਹੈ। ਅਗੇਨ ਆਪਾਂ ਕੀ ਕਰਾਂਗੇ? ਇਸ ਦੇ ਵਿੱਚ ਸਨਲਾਈਟ ਦੀ ਐਡੀਸ਼ਨ ਕਰਵਾਵਾਂਗੇ। HNU ਦਾ ਮਤਲਬ ਕੀ ਹੁੰਦਾ? ਸਨਲਾਈਟ, ਠੀਕ ਹੈ। ਅਤੇ ਆਪਾਂ ਨਾਲ ਕਿਸੇ ਵੀ ਹੈਲੋਜਨ ਦੀ ਐਡੀਸ਼ਨ ਕਰਵਾ ਦੇਣੀ, ਜਿਵੇਂ ਆਪਾਂ ਕਲੋਰੀਨ ਦੀ ਕਰਵਾਤੀ, ਠੀਕ ਹੈ। ਤਾਂ ਹੁਣ ਦੇਖੋ ਇੱਥੇ ਹੋਊਗਾ ਕਿ ਮੈਂ ਅਗਰ ਰਿਐਕਸ਼ਨ ਨੂੰ ਇੱਥੇ ਡਿਟੇਲ ਦੇ ਵਿੱਚ ਸਮਝਾਵਾਂ ਤੁਹਾਨੂੰ, ਠੀਕ ਹੈ, ਕਿ ਇਸ ਕਾਰਬਨ ਦੇ ਨਾਲ 3 ਹਾਈਡਰੋਜਨ ਲੱਗ ਰਹੇ ਨੇ, ਅਗੇਨ ਇਸ ਕਾਰਬਨ ਦੇ ਨਾਲ ਵੀ 3 ਹਾਈਡਰੋਜਨ ਲੱਗ ਰਹੇ ਨੇ, ਠੀਕ ਹੈ ਰਾਜੇ। ਪਲੱਸ ਆਪਾਂ ਐਡੀਸ਼ਨ ਕਿਹਦੀ ਕਰਵਾ ਰਹੇ ਹਾਂ? ਕਲੋਰੀਨ ਦੀ। ਤਾਂ ਮੈਂ ਸਾਰੇ ਬੌਂਡ ਫਾਰਮੇਸ਼ਨ ਦੇ ਵਿੱਚ ਕਨਵਰਟ ਕਰਤੇ। ਤਾਂ ਇੱਕ ਇਲੈਕਟ੍ਰੋਨ ਇਸ ਦਾ, ਇੱਕ ਇਲੈਕਟ੍ਰੋਨ ਅਗੇਨ ਇਹਦਾ ਵੀ ਇੱਕ ਇਲੈਕਟ੍ਰੋਨ। ਤਾਂ ਇੱਧਰੋਂ ਆਹ ਫ੍ਰੀ ਰੈਡੀਕਲ ਜਨਰੇਟ ਹੋ ਜਾਊਗਾ, ਇਹ ਬੌਂਡ ਬਣ ਜੂ, HCl ਬਾਹਰ ਜਾਊਗਾ, ਕਾਰਬਨ ਦਾ ਇੱਕ ਇਲੈਕਟ੍ਰੋਨ ਅਤੇ Cl ਦਾ ਇੱਕ ਇਲੈਕਟ੍ਰੋਨ ਆਪਸ 'ਚ ਬੌਂਡ ਬਣਾ ਲੈਣਗੇ, ਠੀਕ ਹੈ। ਤਾਂ ਪ੍ਰੋਡਕਟਸ ਕੀ ਬਣ ਕੇ ਆਉਣਗੇ ਪੁੱਤਰ ਜੀ? ਇੱਥੇ ਆਪਣੇ ਕੋਲੇ ਸੇਮ ਉਸ ਤੋਂ ਬਾਅਦ ਇਸ ਸਾਈਡ ਦੇ ਉੱਤੇ ਹਾਈਡਰੋਜਨਸ ਐਡ ਹੋ ਗਈਆਂ, ਅਗੇਨ ਹਾਈਡਰੋਜਨਸ, 2 ਹਾਈਡਰੋਜਨ ਐਜ਼ ਸੱਚ ਨੇ ਗੀਆਂ, ਠੀਕ ਹੈ। ਅਤੇ ਇੱਕ ਕਲੋਰੀਨ ਦਾ ਬੌਂਡ ਅਤੇ ਇੱਕ ਕਲੋਰੀਨ ਦਾ ਬੌਂਡ ਆਪਸ 'ਚ ਬੌਂਡ ਬਣ ਜਾਊਗਾ,
ठीक है। दैन मतलब इत्थे की प्रोडक्ट बन के आऊगा, अगर यही चीज़ मैं बॉन्डिंग फॉर्म दे विच शो करती, ठीक है, ये विच आपां ने की कीता कि हाइड्रोजन का इत्थे कल्ला कल्ला बॉन्ड शो किया, इत्थे नहीं किया, ठीक है, मतलब इत्थे आपां ने कंबाइन फॉर्म च लिखता, ठीक है। तो इत्थे प्रोडक्ट्स की आउणगे सेम CH3 अपने कोल की नेगे 3 हाइड्रोजन ने CH3 दैन CH2Cl, तो सेम इत्थे अपने को प्रोडक्ट CS3 CS2 Cl, ठीक है राजे, ये दोवें सेम ही आ, बस इत्थे मैं थोनों रिएक्शन थोड़ी जी खोल के शो करती इत्थे कि तुहानूं पता लग जाए भी किवें बॉन्ड ब्रेक हो रहा, किवें HCl बाहर गया, ठीक है। तो अपने कोले आह हैलोअल्केन्स की फॉर्मेशन किद्दां हुई, ठीक है राजे। तो तुसीं ने मतलब आ वाली रिएक्शन लिखनी आ, ये रिएक्शन मैं तुहानूं वैसे डिटेल च दस्सी कि बॉन्ड किद्दां ब्रेक होए ने, ठीक है। तो ये अपने कोले इथेन सीगा, इथेन, ठीक है राजे। इथेन तो आपां ने की बना लिया राजे इथाइल क्लोराइड, ठीक है, की बना लिया आपां ने इथाइल क्लोराइड, या फिर इनू क्लोरो इथेन भी आईयूपैक नेम किया इसका, क्लोरो 1 क्लोरो इथेन, 1 क्लोरो इथेन, ठीक है, यदी प्रैपरेशन भी कर सकते हो तुसीं। उस बाद हुण जिद्दां आपां 1 कार्बन वाला लिया, 2 कार्बन वाला, ठीक है। हुण आपां नैक्सट एग्जाम्पल लैने पुत्तर जी जिथे अपने कोल की होणगियां 3 कार्बन एटम्स होणगियां, ठीक है। तो हुण देखो 3 कार्बन एटम मतलब 3 वास्ते आपां की वर्ड यूज़ करते हैं प्रॉप, तो इसका नाम क्या आ जाऊगा CS3 CS2 CS3 का नाम की है राजे प्रोपेन, की नाम है पुत्तर जी प्रोपेन। तो हुण आपां इस दे विच एडिशन करवा रहे हैं, ठीक है। प्रोपेन के केस दे विच आपां अगेन सनलाइट की प्रैजेंस दे विच आपां इत्थे क्लोरीन की एडिशन करवा रहे हैं। तो फस्ट ऑफ ऑल पहला तो ये चीज़ ध्यान नाल देखो राजे कि इत्थे मैं 2 एरो पाए ने क्योंकि एक्चुअल दे विच इत्थे 2 प्रोडक्ट्स की पॉसिबिलिटी आ। हुण ध्यान नाल समझो ये चीज़ नूं, देखो इत्थे थोड़ी जी एक्सैप्शन आ, अपने कोल की होया कि पहला इत्थे जिहड़ियां 2 कार्बन सीगियां दोवें इक्को जिहियां सी, तो चाहे तो मैं ए कार्बन का H रिमूव करदा, ठीक है, मतलब अपने कोल जिहड़ी आ वाली कार्बन आ इहदा H रिमूव करदा, ठीक है, इहदे नाल Cl लगा दा तां भी 1 क्लोरोइथेन आ, ਜਾਂ फिर मैं ए कार्बन का H रिमूव करके इहदे नाल Cl लगा दा तां भी की आ 1 क्लोरोइथेन आ, ठीक है। हुण ये तो खत्म हो गई कहानी क्योंकि दोनों कार्बनस दे नाल हाइड्रोजन लग रही हैं तो दोवें की ने सेम ने, पर एक्चुअल दे विच हुण इत्थे देखो, इत्थे समझो, इत्थे अपने कोले आ दोवें कार्बन सेम नहीं गया, तो चाहे इहदे नाल क्लोरीन लग जाए चाहे इहदे नाल क्लोरीन लग जाए, ठीक है। पर इत्थे जिहड़ी आ वाली कार्बन है ये डिफरेंट आ इन्हां दोनों दे नालों, ठीक है। टोटल 3 ने ना कार्बन, 3 चों 2 तो इक्को जिहियां ने, इन्हां दोनों दा सेम इन्वायरमेंट आ, ठीक है। तो चाहे क्लोरीन इहदे नाल लगा लो तां भी 1 क्लोरोइथेन आ, चाहे क्लोरीन इहदे नाल लगा लो तां भी 1 क्लोरोइथेन आ, ठीक है। पर जो आपां सेंटर दे नाल लगा देंगे फिर अपने को प्रोडक्ट 2 क्लोरोइथेन बनूगा, तो आपां नूं नहीं पता हैगा भी इत्थे किहड़ा मेजर प्रोडक्ट होगा, तो मैं जस्ट ठीक है इत्थे लिखदी हाँ प्रोडक्ट्स किहड़े किहड़े पॉसीबल ने। अगर अपने कोले CH3 CH2, ठीक है, यह तो इसका एक H बाहर जा रहा CH2Cl लग रहा, ठीक है। तो इसका नाम क्या हो जाऊगा 1 2 3, इसका नाम क्या आ रहा 1 क्लोरोप्रोपेन, की नाम है पुत्र इसका 1 क्लोरोप्रोपेन, ठीक है। अगर तो ये जा रहा हुण ये दोनों चों जिहड़ा मर्जी जाए या फिर Cl इधर लग जाए तो भी 1 क्लोरोप्रोपेन होगा। अगर हुण सेंटर वाली कार्बन दे नाल लग रहा तो CS3 अगेन इत्थे CH दे नाल इत्थे किहड़ा ग्रुप लग जाना Cl ग्रुप, दैन उस तो बाद CS3, ठीक है राजे। तो इसका नाम क्या आ जाना पुत्र जी 2 क्लोरोप्रोपेन, की नाम है इसका 2 क्लोरोप्रोपेन, ठीक है, 2 क्लोरोप्रोपेन। हुण इसका क्वेश्चन ये पूछा जाता कि अपने कोले जो 1 क्लोरो जो आपां प्रोपेन नूं ट्रीट करवाने आ, ठीक है, हैलोजन दे नाल मतलब हैलोजिनेशन रिएक्शन करते हैं, तो अपने कोले 1 क्लोरोप्रोपेन मेजर प्रोडक्ट होगा जां अपने कोल 2 क्लोरोप्रोपेन, ठीक है। नाउ विच वन इज़ द मेजर प्रोडक्ट, इन्हां दोनों दे विचों मेजर प्रोडक्ट किहड़ा होगा। तो देखो राजे अगर आप मेजर प्रोडक्ट की गल करिए तो अपने को जो 1 क्लोरोप्रोपेन आ ये बन के आना 45%, ठीक है। तो जो 2 क्लोरोप्रोपेन है ये कितना बन के आऊगा बेटा 55%। हुण नाउ द क्वेश्चन राइजेस, ठीक है, कि अपने को 2 क्लोरोप्रोपेन ये मेजर प्रोडक्ट क्यों आ, ठीक है, ये माइनर दे विच क्यों आ, क्योंकि बेटा एक्चुअली इत्थे जिहड़ा मैकेनिज्म है तुहानूं दस्सिया सी वो फ्री रैडिकल मैकेनिज्म हुंदा। किहड़ा मैकेनिज्म हुंदा फ्री रैडिकल मैकेनिज्म। तो हुण देखो फ्री रैडिकल एक बार पहला तो ए कार्बन दे नाल बनना, ठीक है, मतलब इन्हां दोनों च किसी एक नाल बनना, जां फिर फ्री रैडिकल ए कार्बन नाल बनना। ये अपने कोल कार्बन है ना तो जिधरों मर्जी नंबर दे लो 1 2 3, तो फस्ट ते 3 कार्बन का फ्री रैडिकल बनना, जां फिर
ਸੈਕਿੰਡ ਨੰਬਰ ਕਾਰਬਨ ਦਾ ਫ੍ਰੀ ਰੈਡੀਕਲ ਬਣਨਾ। ਬਟ ਜਿਹੜਾ ਸੈਕਿੰਡ ਨੰਬਰ ਕਾਰਬਨ ਆ, ਠੀਕ ਆ, ਉਹਦੇ ਨਾਲ ਅੱਗੇ 2 ਕਾਰਬਨਸ ਅਟੈਚ ਨੇ, ਤਾਂ ਇਹ ਜਿਹੜਾ ਇਹਦੇ ਉੱਤੇ ਫ੍ਰੀ ਰੈਡੀਕਲ ਬਣ ਕੇ ਆਊਗਾ ਉਹ ਸੈਕੰਡਰੀ ਫ੍ਰੀ ਰੈਡੀਕਲ ਹੋਊਗਾ। ਠੀਕ ਹੈ, ਕਿਹੜਾ ਹੋਊਗਾ? ਸੈਕੰਡਰੀ ਫ੍ਰੀ ਰੈਡੀਕਲ। ਹੁਣ ਤੁਹਾਨੂੰ ਪਤਾ ਕਿ ਅਗਰ ਆਪਾਂ ਰਿਐਕਟੀਵਿਟੀ ਚੈੱਕ ਕਰੀਏ ਤਾਂ ਸਭ ਤੋਂ ਜ਼ਿਆਦਾ ਸਟੇਬਲ ਕਿਹੜਾ ਫ੍ਰੀ ਰੈਡੀਕਲ ਹੋਊਗਾ? ਠੀਕ ਹੈ, ਦੈਟ ਇਜ਼ ਦਾ ਟਰਸ਼ਰੀ ਫ੍ਰੀ ਰੈਡੀਕਲ ਇਜ਼ ਮੋਰ ਸਟੇਬਲ, ਦੈਨ ਸੈਕੰਡਰੀ, ਦੈਨ ਪ੍ਰਾਇਮਰੀ। ਤਾਂ ਆਪਣੇ ਕੋਲ ਆਹ ਸਾਈਡਾਂ ਵਾਲੇ ਕੀ ਹੋਣਗੇ? ਪ੍ਰਾਇਮਰੀ ਫ੍ਰੀ ਰੈਡੀਕਲ। ਠੀਕ ਹੈ, ਤੇ ਸੈਂਟਰ ਵਾਲਾ ਕੀ ਹੋਊਗਾ? ਸੈਕੰਡਰੀ ਫ੍ਰੀ ਰੈਡੀਕਲ। ਤੇ ਸੈਕੰਡਰੀ ਫ੍ਰੀ ਰੈਡੀਕਲ ਹੋਣ ਕਰਕੇ, ਠੀਕ ਹੈ, ਇਹ ਜ਼ਿਆਦਾ ਸਟੇਬਲ ਹੋਊਗਾ, ਤਾਂ ਕਰਕੇ ਸੈਂਟਰ ਵਾਲੀ ਕਾਰਬਨ ਦੇ ਨਾਲ Cl ਅਟੈਚ ਹੋ ਜੂਗੀ। ਠੀਕ ਹੈ, ਤਾਂ ਕਰਕੇ ਆਪਣੇ ਕੋਲ ਪ੍ਰੋਡਕਟ ਕਿੰਨਾ ਆ ਗਿਆ ਬੇਟਾ ਜੀ? 55%। ਇਹ ਕਿੰਨਾ ਹੋਊਗਾ? 45%। ਠੀਕ ਹੈ, ਅਗਰ ਤੁਹਾਨੂੰ ਇਹ ਐਗਜ਼ਾਮਪਲ ਸਮਝ ਲੱਗ ਗਈ ਤਾਂ ਮੈਂ ਹੁਣ ਇੱਕ ਨਿੱਕਾ ਜਿਹਾ ਤੁਹਾਨੂੰ ਇੱਥੇ ਐਗਜ਼ਾਮਪਲ ਸੈੱਟ ਕਰਕੇ ਦਿੰਦੀ ਹਾਂ, ਜਿਸ ਦੇ ਵਿੱਚ ਤੁਸੀਂ ਮੈਨੂੰ ਦੱਸੋਗੇ ਕਿ ਅਗਰ ਬਿਊਟੇਨ ਨੂੰ ਵਾਟ ਹੈਪਨਸ ਵੈਨ ਬਿਊਟੇਨ ਦਾ ਤੁਸੀਂ ਸਟਰਕਚਰ ਡਰਾ ਕਰਨੀ ਆ ਅਤੇ ਆਪਾਂ ਨੂੰ ਟਰੀਟ ਕਰਵਾਵਾਂਗੇ ਵਿਦ ਕਲੋਰੀਨ ਇਨ ਦਾ ਪ੍ਰੈਜ਼ੈਂਸ ਆਫ ਦਾ ਸਨਲਾਈਟ, ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ। ਤਾਂ ਇੱਥੇ ਤੁਸੀਂ ਨੇ ਕੀ ਲਿਖਣੇ ਨੇ? ਪ੍ਰੋਡਕਟਸ ਲਿਖਣੇ ਨੇ। ਠੀਕ ਹੈ, ਤਾਂ ਇੱਥੇ ਰਾਜੀ ਤੁਸੀਂ ਪ੍ਰੋਡਕਟਸ ਲਿਖੋਗੇ। ਠੀਕ ਹੈ, ਜਿੰਨੇ ਵੀ ਤੁਹਾਡੇ ਕੋਲ ਪ੍ਰੋਡਕਟਸ ਸਾਰੇ ਨੇ ਉਹ ਪ੍ਰੋਡਕਟਸ ਦੇ ਵਿੱਚੋਂ ਕਿਹੜਾ ਮੇਜਰ ਪ੍ਰੋਡਕਟ ਹੋਊਗਾ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਰਿਪਲਾਈ ਕਰਨਾ। ਠੀਕ ਹੈ, ਤਾਂ ਤੁਸੀਂ ਨੇ ਕਨਸੈਪਟ ਅਪਲਾਈ ਕਰਨਾ ਪ੍ਰਾਇਮਰੀ ਸੈਕੰਡਰੀ ਫ੍ਰੀ ਰੈਡੀਕਲ ਵਾਲਾ। ਫਿਰ ਤੁਹਾਨੂੰ, ਠੀਕ ਹੈ, ਪਿਛਲੀ ਐਗਜ਼ਾਮਪਲ ਸਮਝ ਲੱਗ ਗਈ ਤਾਂ ਤੁਸੀਂ ਇਹਦਾ ਵੀ ਲਿਖ ਸਕਦੇ ਹੋ। ਓਕੇ ਬੇਟਾ। ਹਾਂਜੀ ਬੇਟਾ, ਆਪਾਂ ਹੁਣ ਨੈਕਸਟ ਹਾਈਡਰੋਕਾਰਬਨਸ ਤੋਂ ਪੜ੍ਹ ਰਹੇ ਹਾਂ। ਇਹ ਤਾਂ ਤੁਹਾਨੂੰ ਪਤਾ ਹੀ ਆਪਣਾ ਸੈਕਿੰਡ ਮੈਥਡ ਚੱਲ ਰਿਹਾ ਹਾਈਡਰੋਕਾਰਬਨਸ ਦੇ ਅੰਡਰ ਆਪਾਂ ਅਲਕੇਨਸ ਪੜ੍ਹ ਰਹੇ ਸੀ। ਅਲਕੇਨਸ ਯੂਜ਼ ਕਰਕੇ ਆਪਾਂ ਨੇ ਕੀ ਬਣਾਉਣੇ ਨੇ? ਅਲਕਾਇਲ ਹੈਲਾਈਡਸ ਬਣਾਉਣੇ ਨੇ। ਠੀਕ ਹੈ, ਤਾਂ ਹੁਣ ਦੇਖੋ ਅਲਕੇਨਸ ਦੀ ਆਪਾਂ ਨੇ ਮਿਥੇਨ ਲੈ ਲਿਆ, ਇਥੇਨ, ਪ੍ਰੋਪੇਨ, ਬਿਊਟੇਨ, ਮਤਲਬ ਇਹ ਆਪਾਂ ਨੇ ਸਿੰਪਲ ਐਗਜ਼ਾਮਪਲਸ ਲੈ ਲਈਆਂ। ਠੀਕ ਆ, ਇਸ ਤੋਂ ਇਲਾਵਾ ਨਾ ਕੁਛ ਹੋਰ ਥੋੜ੍ਹੇ ਜਿਹੇ ਰੀਜ਼ਨਿੰਗ ਕੁਐਸਚਨ ਆਉਂਦੇ ਨੇ, ਤਾਂ ਰੀਜ਼ਨਿੰਗ ਕੁਐਸਚਨਸ ਕਰਨ ਤੋਂ ਪਹਿਲਾਂ ਤੁਹਾਨੂੰ ਕੁਛ ਕੈਮੀਕਲ ਕੰਪਾਊਂਡਸ ਦੇ IUPAC ਨੇਮ ਪਤਾ ਹੋਣੇ ਚਾਹੀਦੇ ਨੇ, ਜਾਂ ਕਾਮਨ ਨੇਮ ਉਹਨਾਂ ਦੇ ਪਤਾ ਹੋਣੇ ਚਾਹੀਦੇ ਨੇ ਜਿਨ੍ਹਾਂ ਦੇ ਬੇਸਿਸ ਉੱਤੇ ਕੁਐਸਚਨ ਆਉਂਦਾ। ਤਾਂ ਦੇਖੋ ਅਗਰ ਤੁਹਾਡੇ ਕੋਲ ਇੱਦਾਂ ਦਾ ਕੁਛ CH3CH2Cl, ਠੀਕ ਹੈ, ਅਗਰ ਤੁਹਾਡੇ ਕੋਲ ਕੋਈ ਮਤਲਬ ਇੱਦਾਂ ਕੋਈ ਵੀ ਕੰਪਾਊਂਡ ਆ ਰਿਹਾ ਤਾਂ ਇਹਦਾ ਨਾਮ ਕੀ ਹੋਊਗਾ ਬੇਟਾ? ਇਥਾਈਲ ਕਲੋਰਾਈਡ। ਠੀਕ ਹੈ, ਇਹਦਾ ਕਾਮਨ ਨੇਮ ਆ ਰਿਹਾ ਇਥਾਈਲ ਕਲੋਰਾਈਡ। ਮਤਲਬ ਆਪਾਂ ਅਲਕਾਇਲ ਹਲਾਈਡ ਕਹਿ ਸਕਦੇ ਹਾਂ, ਅਲਕਾਇਲ ਹਲਾਈਡ। ਇੱਥੇ ਅਲਕਾਇਲ ਹਲਾਈਡ। ਠੀਕ ਹੈ, ਮਤਲਬ ਮੀਨ ਟੂ ਸੇ ਵੀ ਇੱਥੇ ਤੁਸੀਂ ਕੀ ਕਹਿ ਸਕਦੇ ਹੋ ਵੀ ਇਥਾਈਲ 2 ਕਾਰਬਨਸ ਲਈ ਆ ਜਾਊਗਾ, Cl ਕਲੋਰਾਈਡ ਲਈ ਆ ਗਿਆ। ਠੀਕ ਆ, ਤਾਂ ਇੱਥੇ ਤੁਹਾਡੇ ਕੋਲ 3 4 5 ਜਿੰਨੀਆਂ ਵੀ ਕਾਰਬਨ ਹੋਣ, ਠੀਕ ਹੈ, ਤਾਂ ਉਸ ਹਿਸਾਬ ਨਾਲ ਅਲਕਾਇਲ, ਇਥਾਈਲ, ਮਿਥਾਈਲ, ਪ੍ਰੋਪਾਈਲ, ਬਿਊਟਾਈਲ, ਠੀਕ ਹੈ, ਇੱਦਾਂ ਯੂਜ਼ ਕਰ ਸਕਦੇ ਹੋ। ਹਲਾਈਡ ਮਤਲਬ ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ, ਕੋਈ ਵੀ ਹੋਵੇ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਅਗਰ ਤੁਹਾਡੇ ਕੋਲ ਇੱਦਾਂ ਦਾ ਸੀਨ ਹੋਵੇ ਰਜੇ ਕਿ ਇੱਥੇ ਬੈਂਜ਼ੀਨ ਰਿੰਗ ਦੇ ਨਾਲ ਕਿਹੜਾ ਗਰੁੱਪ ਲੱਗ ਰਿਹਾ ਹੋਵੇ? ਕੋਈ ਵੀ ਹੈਲੋਜਨ ਗਰੁੱਪ ਲੱਗ ਰਿਹਾ ਹੋਵੇ। ਠੀਕ ਹੈ, ਸਪੋਜ਼ ਮੈਂ Cl ਗਰੁੱਪ ਲਗਾਤਾ ਅਤੇ ਇਹਨੂੰ ਕਿਹਾ ਜਾਊਗਾ ਬੇਟਾ ਅਰਾਈਲ ਕਲੋਰਾਈਡ। ਕੀ ਕਿਹਾ ਜਾਊਗਾ? ਅਰਾਈਲ ਕਲੋਰਾਈਡ। ਠੀਕ ਹੈ, ਅਤੇ ਧਿਆਨ ਨਾਲ ਡਿਫਰੈਂਸ ਦੇਖ ਲਓ। ਅਲਕਾਇਲ ਵਰਡ ਸਿੰਪਲ ਕਾਰਬਨ ਐਟਮ ਦੀ ਚੇਨ ਹੋਵੇ, ਅਰਾਈਲ ਵਰਡ ਕਿੱਥੇ ਯੂਜ਼ ਹੋਊਗਾ? ਜਿੱਥੇ ਆਪਣੇ ਕੋਲੇ ਬੈਂਜ਼ੀਨ ਰਿੰਗ ਹੋਵੇ। ਠੀਕ ਹੈ ਜੀ, ਉਸ ਤੋਂ ਬਾਅਦ ਨੈਕਸਟ ਆਪਣੇ ਕੋਲੇ ਕੀ ਆਊਗਾ ਬੇਟਾ? ਅਗਰ ਸਿੰਪਲ ਆਪਣੇ ਕੋਲੇ ਬੈਂਜ਼ੀਨ ਰਿੰਗ ਦੇ ਉੱਪਰ ਕੋਈ ਚੇਨ ਲੱਗ ਰਹੀ ਹੋਵੇ ਪਹਿਲਾਂ, ਠੀਕ ਹੈ, ਮਤਲਬ ਇਹ ਬੈਂਜ਼ੀਨ ਰਿੰਗ ਦੇ ਨਾਲ ਪਹਿਲਾਂ ਆਪਣੇ ਕੋਲ ਕਾਰਬਨ ਐਟਮਸ ਲੱਗ ਰਹੀਆਂ ਨੇ, ਫਿਰ ਆਪਣੇ ਨਾਲ ਕੀ ਲੱਗ ਰਿਹਾ? ਬੈਂਜ਼ੀਨ ਰਿੰਗ ਦੇ ਨਾਲ ਡਾਇਰੈਕਟ Cl, ਜਿਵੇਂ ਇੱਥੇ ਲੱਗ ਰਿਹਾ ਉੱਥੇ ਡਾਇਰੈਕਟ ਨਹੀਂ ਲੱਗ ਰਿਹਾ, ਇੱਕ ਚੇਨ ਲੱਗ ਕੇ ਫਿਰ Cl ਲੱਗ ਰਿਹਾ। ਠੀਕ ਹੈ, ਅਤੇ ਇਹਨੂੰ ਕਿਹਾ ਜਾਂਦਾ ਬੈਂਜ਼ਾਈਲ ਕਲੋਰਾਈਡ। ਠੀਕ ਹੈ, ਕਲੋਰੀਨ ਦੀ ਜਗ੍ਹਾ 'ਤੇ ਆਪਣੇ ਕੋਲ ਕੋਈ ਵੀ ਹੈਲੋਜਨ ਹੋ ਸਕਦਾ, ਬੈਂਜ਼ਾਈਲ ਹਲਾਈਡ ਹੋ ਸਕਦਾ ਮਤਲਬ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਆਪਣੇ ਕੋਲ 2 ਹੋਰ ਐਗਜ਼ਾਮਪਲਸ ਨਹੀਂ ਗੇ ਰਾਜੇ। ਠੀਕ ਹੈ, ਐਗਜ਼ਾਮਪਲ ਬਹੁਤ ਧਿਆਨ ਨਾਲ ਕਰਨ ਵਾਲੀਆਂ ਨੇ। ਦੇਖੋ CH3CH ਡਬਲ ਬੌਂਡ CH ਦੇ ਨਾਲ ਕੀ ਲੱਗ ਰਿਹਾ? Cl ਗਰੁੱਪ। ਠੀਕ ਹੈ, ਤਾਂ ਹੁਣ ਇੱਥੇ ਧਿਆਨ ਨਾਲ ਦੇਖੋ ਰਾਜੇ ਵੀ ਆਪਣੇ ਕੋਲ ਇਹ ਕੀ ਹੈਗਾ? ਹੈਲੋਜਨ ਗਰੁੱਪ ਆ। ਠੀਕ ਆ, ਹੁਣ ਅਗਰ ਹੈਲੋਜਨ ਦੇ ਨਾਲ ਇਹ ਆਪਾਂ ਸਿੰਪਲ ਕਾਰਬਨ ਜੇ ਰਿਮੂਵ ਵੀ ਕਰ ਦਈਏ ਤਾਂ ਜਸਟ ਆਪਣੇ ਕੋਲ ਕੀ ਬਚਣਾ? CH2CH ਦੇ ਨਾਲ Cl। ਠੀਕ ਹੈ, ਤਾਂ ਹੁਣ ਜਿਹੜੀ ਕਾਰਬਨ ਦੇ ਨਾਲ ਹੈਲੋਜਨ ਲੱਗ ਰਿਹਾ, ਅਗਰ ਡਾਇਰੈਕਟ ਉਹੀ ਕਾਰਬਨ ਦੇ ਨਾਲ ਡਬਲ ਬੌਂਡ ਪਿਆ, ਠੀਕ ਹੈ, ਤਾਂ ਇਹਨੂੰ ਕਹਿੰਦੇ ਨੇ ਵਿਨਾਇਲ ਕਲੋਰਾਈਡ ਜਾਂ ਵਿਨਾਇਲ ਹਲਾਈਡ ਵੀ ਯੂਜ਼ ਕਰ ਸਕਦੇ ਹੋ ਤੁਸੀਂ। ਠੀਕ ਹੈ, ਤਾਂ ਇਹ ਐਗਜ਼ਾਮਪਲ ਨੂੰ ਆਪਾਂ ਕੀ ਕਹਾਂਗੇ? ਵਿਨਾਇਲ ਕਲੋਰਾਈਡ। ਨੈਕਸਟ ਰਾਜੇ ਕੀ ਹੋਊਗਾ ਅਗਰ ਕੇਸ ਇੱਦਾਂ ਦਾ ਆ ਰਿਹਾ ਤੁਹਾਡੇ ਕੋਲ? CH2 ਡਬਲ ਬੌਂਡ CH ਅਗੇਨ
CH2Cl। ਹੁਣ ਧਿਆਨ ਨਾਲ ਦੇਖੋ ਵੀ ਜਿਹੜੀ ਕਾਰਬਨ ਦੇ ਨਾਲ ਇਹ ਕਾਰਬਨ ਦੇ ਨਾਲ ਕੀ ਲੱਗ ਰਿਹਾ ਕਲੋਰੀਨ, ਠੀਕ ਹੈ। ਜਿਹੜੀ ਕਾਰਬਨ ਦੇ ਨਾਲ ਕਲੋਰੀਨ ਲੱਗ ਰਿਹਾ, ਜੋ ਕਾਰਬਨ ਤੋਂ ਅਗਲੀ ਕਾਰਬਨ ਦੇ ਨਾਲ ਡਬਲ ਬੌਂਡ ਪਿਆ ਤਾਂ ਉਹਨੂੰ ਕਹਿੰਦੇ ਨੇ ਅਲਾਇਲ ਕਲੋਰਾਈਡ। ਕੀ ਕਹਿੰਦੇ ਨੇ ਇਹਨੂੰ? ਅਲਾਇਲ ਕਲੋਰਾਈਡ, ਅਲਾਇਲ ਕਲੋਰਾਈਡ, ਠੀਕ ਹੈ। ਤਾਂ ਹੁਣ ਦੁਬਾਰਾ ਫੇਰ ਦੇਖ ਲਓ, ਇਹਨੂੰ ਆਪਾਂ ਸਿੰਪਲ ਕਾਰਬਨ ਐਟਮ ਦੀ ਚੇਨ ਨਾਲ ਹੈਲੋਜਨ ਲੱਗ ਰਿਹਾ ਅਲਕਾਇਲ ਹਲਾਈਡ, ਬੈਂਜ਼ੀਨ ਨਾਲ ਲੱਗ ਰਿਹਾ ਹੈਲੋਜਨ ਤਾਂ ਅਰਾਇਲ ਹਲਾਈਡ। ਅਗਰ ਬੈਂਜ਼ੀਨ ਤੋਂ ਇੱਕ ਕਾਰਬਨ ਤੋਂ ਅੱਗੇ ਫੇਰ ਹੈਲੋਜਨ ਲੱਗ ਰਿਹਾ ਤਾਂ ਬੈਂਜ਼ਾਇਲ ਹਲਾਈਡ, ਠੀਕ ਹੈ। ਤਾਂ ਹੁਣ ਜਿਹੜੀ ਕਾਰਬਨ ਦੇ ਨਾਲ ਹੈਲੋਜਨ ਲੱਗ ਰਿਹਾ, ਅਗਰ ਉਹੀ ਕਾਰਬਨ ਦੇ ਨਾਲ ਆਪਣੇ ਕੋਲੇ, ਠੀਕ ਆ, ਡਬਲ ਬੌਂਡ ਪਿਆ ਤਾਂ ਵਿਨਾਇਲ ਹਲਾਈਡ, ਠੀਕ ਹੈ। ਹੁਣ ਜਿਹੜੀ ਕਾਰਬਨ ਦੇ ਨਾਲ Cl ਲੱਗ ਰਿਹਾ, ਅਗਰ ਉਹ ਕਾਰਬਨ ਤੋਂ ਅਗਲੀ ਕਾਰਬਨ ਦੇ ਨਾਲ, ਠੀਕ ਹੈ, ਆਪਣੇ ਕੋਲ ਡਬਲ ਬੌਂਡ ਪਿਆ ਤਾਂ ਉਹਨੂੰ ਆਪਾਂ ਅਲਾਇਲ ਹਲਾਈਡ ਕਹਾਂਗੇ, ਠੀਕ ਹੈ। ਇੱਥੇ ਤੱਕ ਤਾਂ ਵੈਸੇ ਮੈਂ ਇੱਥੇ ਕਲੋਰੀਨ ਸਾਰੇ ਕਿਤੇ ਐਗਜ਼ਾਮਪਲ ਲੈ ਲਈ, ਇੱਥੇ ਤੁਸੀਂ ਕੋਈ ਵੀ ਹੈਲੋਜਨ ਲੈ ਕੇ ਹਲਾਈਡ ਵਰਡ ਵੀ ਯੂਜ਼ ਕਰ ਸਕਦੇ ਹੋ। ਕਲੀਅਰ ਹੈ ਬੇਟਾ ਜੀ। ਹੁਣ ਆਪਾਂ ਕਰਦੇ ਹਾਂ ਇਸ 'ਤੇ ਕੁਐਸਚਨਸ, ਠੀਕ ਹੈ। ਤਾਂ ਹੁਣ ਕੁਐਸਚਨਸ ਕਿੱਦਾਂ ਆਉਣਗੇ ਤੁਹਾਨੂੰ? ਸਪੋਜ਼ ਤੁਹਾਨੂੰ ਕਿਹਾ ਗਿਆ ਕਿ ਇੱਥੇ ਤੁਹਾਡੇ ਕੋਲ ਐਗਜ਼ਾਮਪਲ ਕਿਹੜੀ ਆ? CH2 ਡਬਲ ਬੌਂਡ CH ਦੇ ਨਾਲ CH3, ਠੀਕ ਹੈ, CH3। ਕਲੀਅਰ ਹੈ ਜੀ। ਹੁਣ ਆਪਾਂ ਇਸ ਦੇ ਵਿੱਚ ਕਿਹਦੀ ਐਡੀਸ਼ਨ ਕਰਵਾ ਰਹੇ ਹਾਂ? ਕਲੋਰੀਨ ਦੀ ਐਡੀਸ਼ਨ ਕਰਵਾ ਰਹੇ ਹਾਂ ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ, ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ। ਤਾਂ ਹੁਣ ਕਿੰਨੀਆਂ ਕਾਰਬਨਸ ਨੇ ਬੇਟਾ ਆਪਣੇ ਕੋਲੇ? 1 2 3, ਠੀਕ ਹੈ। ਤਾਂ ਦੇਖੋ ਆਪਾਂ ਨੇ ਕੋਲੇ ਤਿੰਨੇ ਕਾਰਬਨਸ ਅਲੱਗ-ਅਲੱਗ ਨੇ, ਕਿਉਂਕਿ ਇਹਦੇ ਨਾਲ 2 ਹਾਈਡਰੋਜਨ ਨੇ, ਇਹਦੇ ਨਾਲ 1 ਹਾਈਡਰੋਜਨ ਹੈ, ਇਸ ਨਾਲ 3 ਹਾਈਡਰੋਜਨ ਨੇ। ਤਾਂ ਅਗਰ ਆਪਾਂ ਇਸ ਦੇ ਵਿੱਚ ਕਲੋਰੀਨ ਦੀ ਐਡੀਸ਼ਨ ਕਰਵਾਈਏ, ਠੀਕ ਹੈ, ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ, ਤਾਂ ਆਪਣੇ ਕੋਲੇ 3 ਪ੍ਰੋਡਕਟਸ ਦੀ ਪੋਸੀਬਿਲਿਟੀ ਆ, ਠੀਕ ਆ। ਸਭ ਤੋਂ ਪਹਿਲੇ ਪ੍ਰੋਡਕਟ ਦੀ ਪੋਸੀਬਿਲਿਟੀ ਕੀ ਹੈਗੀ? ਕਾਰਬਨ ਨੰਬਰ 1 ਦਾ ਹਾਈਡਰੋਜਨ ਬਾਹਰ ਜਾਵੇ, ਠੀਕ ਹੈ, ਇਹਦੇ ਨਾਲ ਕਿਹੜਾ ਗਰੁੱਪ ਲੱਗ ਜਾਵੇ? Cl ਗਰੁੱਪ। ਦੈਨ ਬਾਕੀ ਦੇ ਆਪਣੇ ਕੋਲੇ ਸਾਰਾ ਗਰੁੱਪ ਐਸ ਸੱਚ ਰਹੇ, ਠੀਕ ਹੈ ਜੀ, ਪਲੱਸ HCl ਸਭ ਦੇ ਵਿੱਚ ਸਾਈਡ ਪ੍ਰੋਡਕਟ ਜਾਊਗਾ। ਹੁਣ ਦੂਜੀ ਪੋਸੀਬਿਲਿਟੀ ਕੀ ਆਊਗੀ ਰਾਜੇ ਆਪਣੇ ਕੋਲੇ? ਕੀ ਹੋ ਸਕਦਾ ਆਪਣੇ ਕੋਲ ਜੋ ਕਾਰਬਨ ਨੰਬਰ 2 ਆ, ਠੀਕ ਹੈ, ਉਸ ਦਾ 1 H ਬਾਹਰ ਜਾਵੇ ਅਤੇ ਉਹਦੇ ਨਾਲ Cl ਗਰੁੱਪ ਲੱਗ ਜਾਵੇ, ਠੀਕ ਹੈ। ਦੈਨ ਇਹਦਾ ਵੀ ਸਾਈਡ ਪ੍ਰੋਡਕਟ HCl ਬਾਹਰ ਜਾਊਗਾ, ਠੀਕ ਹੈ ਜੀ। ਥਰਡ ਪੋਸੀਬਿਲਿਟੀ ਕੀ ਹੈਗੀ ਬੇਟਾ? ਕਿ ਜੋ ਕਾਰਬਨ ਨੰਬਰ 3 ਆ, ਕਾਰਬਨ ਨੰਬਰ 3 ਆ, ਠੀਕ ਹੈ, ਇਸ ਦਾ 1 H ਬਾਹਰ ਜਾਵੇ ਅਤੇ ਇਹਦੇ ਨਾਲ ਕਿਹੜਾ ਗਰੁੱਪ ਲੱਗ ਜਾਵੇ? Cl ਗਰੁੱਪ ਲੱਗ ਜਾਵੇ, ਠੀਕ ਹੈ। ਤਾਂ ਹੁਣ ਦੇਖੋ ਕਿ ਆਪਣੇ ਕੋਲੇ ਇਹ ਜਿਹੜੀਆਂ ਦੋਵੇਂ ਕਾਰਬਨ ਨੇ ਜਿਨ੍ਹਾਂ ਦੇ ਨਾਲ ਡਾਇਰੈਕਟ ਕਲੋਰੀਨ ਅਟੈਚ ਆ, ਇਹ ਕੀ ਬਣ ਗਿਆ ਆਪਣੇ ਕੋਲੇ? ਵਿਨਾਇਲ ਕਲੋਰਾਈਡ, ਠੀਕ ਹੈ। ਇਹ ਵੀ ਵਿਨਾਇਲ ਕਲੋਰਾਈਡ ਗਰੁੱਪ ਬਣ ਗਿਆ, ਇਹਦੇ ਨਾਲ ਵੀ ਕੀ ਲੱਗ ਗਿਆ ਬੇਟਾ? ਵਿਨਾਇਲ ਕਲੋਰਾਈਡ, ਇਹ ਵੀ ਵਿਨਾਇਲ ਕਲੋਰਾਈਡ, ਠੀਕ ਹੈ। ਤੇ ਬਟ ਜਿਹੜੀ ਕਾਰਬਨ ਦੇ ਨਾਲ Cl ਲੱਗ ਰਿਹਾ ਉਹ ਕਾਰਬਨ ਤੋਂ ਅਗਲੀ ਕਾਰਬਨ ਦੀ ਆਪਾਂ ਗੱਲ ਕਰੀਏ, ਠੀਕ ਹੈ, ਤਾਂ ਉਹ ਆਪਣੇ ਕੋਲ ਕੀ ਬਣ ਜੂਗਾ? ਅਲਾਇਲ ਕਲੋਰਾਈਡ, ਅਲਾਇਲ ਕਲੋਰਾਈਡ, ਠੀਕ ਆ। ਤਾਂ ਹੁਣ ਅਗਰ ਆਪਾਂ ਦੇਖੀਏ ਕਿ ਅਲਾਇਲ ਅਤੇ ਵਿਨਾਇਲ ਕਲੋਰਾਈਡ ਦੇ ਵਿੱਚੋਂ ਆਹ ਦੋਵੇਂ ਤਾਂ ਆਪਣੇ ਕੋਲ ਦੋਵੇਂ ਵਿਨਾਇਲ ਕਲੋਰਾਈਡ ਬਣ ਕੇ ਆ ਰਹੇ ਨੇ, ਇਹ ਕੀ ਅਲਾਇਲ ਕਲੋਰਾਈਡ। ਹੁਣ ਵਿਨਾਇਲ ਕਲੋਰਾਈਡ ਅਤੇ ਅਲਾਇਲ ਕਲੋਰਾਈਡ ਦੇ ਵਿੱਚੋਂ ਕਿਹੜਾ ਜ਼ਿਆਦਾ ਸਟੇਬਲ ਹੋਊਗਾ, ਠੀਕ ਹੈ ਰਾਜੇ, ਕਿਉਂਕਿ ਐਕਚੁਅਲੀ ਇਹਨਾਂ ਸਭ ਦੇ ਵਿੱਚ ਫਰੀ ਰੈਡੀਕਲ ਮੈਕੈਨਿਜ਼ਮ ਹੋਣਾ, ਠੀਕ ਹੈ। ਤਾਂ ਹੁਣ ਦੇਖੋ ਜਿਹਦਾ ਫਰੀ ਰੈਡੀਕਲ ਮਤਲਬ ਇੱਕ ਵਾਰ ਇਹਦਾ ਫਰੀ ਰੈਡੀਕਲ ਬਣ ਕੇ ਆਇਆ, ਇੱਕ ਵਾਰ ਇਹਦਾ ਫਰੀ ਰੈਡੀਕਲ ਬਣ ਕੇ ਆਇਆ, ਇੱਕ ਵਾਰ ਇਹਦਾ ਫਰੀ ਰੈਡੀਕਲ ਬਣ ਕੇ ਆਇਆ, ਠੀਕ ਹੈ। ਹੁਣ ਜਿਹੜਾ ਆਹ ਵਾਲਾ ਫਰੀ ਰੈਡੀਕਲ ਆ, ਇਹ ਫਰੀ ਰੈਡੀਕਲ ਅੱਗੇ ਜਾ ਕੇ ਮੂਵ ਕਰ ਸਕਦਾ, ਕਿਉਂਕਿ ਇੱਥੇ ਡਬਲ ਸਿੰਗਲ ਬੌਂਡ ਆ ਗਿਆ, ਠੀਕ ਹੈ, ਮਤਲਬ ਸਿੰਗਲ ਬੌਂਡ ਫਿਰ ਡਬਲ ਬੌਂਡ, ਫਿਰ ਉਸ ਤੋਂ ਬਾਅਦ ਫਿਰ ਇੱਥੇ ਸਿੰਗਲ ਬੌਂਡ ਡਬਲ ਬੌਂਡ। ਤਾਂ ਇੱਥੇ ਜਿਹੜਾ ਫਰੀ ਰੈਡੀਕਲ ਉਹ ਜ਼ਿਆਦਾ ਨੰਬਰ ਆਫ ਕਾਰਬਨਸ ਦੇ ਉੱਤੇ ਘੁੰਮ ਸਕਦਾ। ਇੱਧਰ ਵਾਲਾ ਫਰੀ ਰੈਡੀਕਲ ਹੈਗਾ ਜਿਹੜਾ, ਠੀਕ ਆ, ਉਹ ਸਿਰਫ ਇੱਧਰ ਡਬਲ ਬੌਂਡ ਕਰੀ ਜਾਊਗਾ, ਉਸ ਤੋਂ ਅੱਗੇ ਬੌਂਡ ਨਹੀਂ ਹੈਗਾ। ਅਗਰ ਇੱਧਰ ਗਿਆ ਤਾਂ ਸਿੰਗਲ, ਉਸ ਤੋਂ ਅੱਗੇ ਬੌਂਡ ਨਹੀਂ ਹੈਗਾ, ਠੀਕ ਹੈ ਜੀ। ਤਾਂ ਹੁਣ ਦੇਖੋ ਇੱਥੇ ਨੂੰ ਅੱਗੇ ਮੂਵਮੈਂਟ ਈਜ਼ੀ ਹੋ ਗਈ ਇਲੈਕਟ੍ਰੋਨ ਨੂੰ, ਮਤਲਬ ਇੱਧਰ ਤੇ ਆਪਸ਼ਨ ਆ ਜਾਂ ਇੱਧਰ ਜਾਊਗਾ ਜਾਂ ਇੱਧਰ ਜਾਊਗਾ, ਠੀਕ ਹੈ ਜੀ। ਸੇਮ ਇੱਧਰ ਵੀ ਇਹੀ ਆਪਸ਼ਨ ਹੈ, ਜਾਂ ਇੱਧਰ ਜਾਊਗਾ ਜਾਂ ਇੱਧਰ ਜਾਊਗਾ, ਮਤਲਬ ਅੱਗੇ ਮੂਵਮੈਂਟ ਨਹੀਂ ਹੋ ਸਕਦੀ। ਇੱਥੇ ਕੀ ਆ ਰਿਹਾ ਆਪਣੇ ਕੋਲ? ਸਿੰਗਲ ਬੌਂਡ, ਠੀਕ ਹੈ। ਤਾਂ ਦੇਖੋ ਰਾਜੇ ਅਗਰ ਫਰੀ ਰੈਡੀਕਲ ਜੰਪ ਕਰਕੇ ਇੱਧਰ ਜਾਊਗਾ ਤਾਂ ਇਹਨੂੰ ਉਸ ਤੋਂ ਬਾਅਦ ਡਬਲ ਬੌਂਡ ਆ ਜਾਊਗਾ, ਤਾਂ ਇਟ ਮੀਨਸ ਇਹ ਕੀ ਹੋਊਗਾ? ਜ਼ਿਆਦਾ ਸਟੇਬਲ ਹੋਊਗਾ, ਠੀਕ ਹੈ। ਤਾਂ ਜੇ ਆਪਾਂ ਰਿਐਕਟੀਵਿਟੀ ਦੀ ਗੱਲ ਕਰੀਏ ਤਾਂ ਰਿਐਕਟੀਵਿਟੀ ਦੇ ਵਿੱਚ ਤੁਹਾਡੇ ਕੋਲ ਅਲਾਇਲ ਅਤੇ ਵਿਨਾਇਲ ਦੇ ਵਿੱਚੋਂ ਕਿਹੜਾ ਜ਼ਿਆਦਾ ਸਟੇਬਲ ਹੋਊਗਾ? ਅਲਾਇਲ ਕਲੋਰਾਈਡ, ਠੀਕ ਹੈ। ਤਾਂ ਇੱਥੇ ਆਪਣੇ ਕੋਲ ਆਹ ਵਾਲਾ ਪ੍ਰੋਡਕਟ ਕੀ ਆਊਗਾ? ਮੇਜਰ ਪ੍ਰੋਡਕਟ, ਬਾਕੀ ਦੋਵੇਂ ਕੀ ਆਉਣਗੇ? ਮਾਈਨਰ ਪ੍ਰੋਡਕਟ ਆਉਣਗੇ। ਕਲੀਅਰ ਹੈ ਚੀਜ਼, ਠੀਕ ਹੈ। ਉਸ ਤੋਂ ਬਾਅਦ ਨੈਕਸਟ ਹੋਰ ਕੁਐਸਚਨ ਵੀ ਆ ਸਕਦਾ ਤੁਹਾਨੂੰ। ਸਪੋਜ਼ ਇੱਥੇ ਕੀ ਆ ਗਿਆ? ਬੈਂਜ਼ੀਨ ਰਿੰਗ ਦੇ ਉੱਪਰ ਕਿਹੜਾ ਗਰੁੱਪ ਲੱਗ ਰਿਹਾ? CH2 ਦੇ ਨਾਲ CH3, ਠੀਕ ਹੈ। ਅਤੇ ਤੁਹਾਨੂੰ ਕਿਹਾ ਗਿਆ ਇਸ ਦੇ ਵਿੱਚ ਆਪਾਂ ਨੇ ਕੀ ਪਾਈ? ਕਲੋਰੀਨ ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ, ਠੀਕ ਹੈ ਜੀ। ਤਾਂ ਹੁਣ ਤੁਸੀਂ ਦੇਖੋ ਮੈਂ ਤੁਹਾਨੂੰ ਕੀ ਕਿਹਾ ਸੀ ਜੀ, ਅਗਰ ਬੈਂਜ਼ੀਨ ਦੇ ਨਾਲ ਜਿਹੜੀ ਕਾਰਬਨ ਲੱਗ ਰਹੀ ਆ ਉਹ ਬੈਂਜ਼ਾਇਲ ਹੁੰਦੀ ਆ,
ठीक है। बेंजीन दे नाल डायरैक्ट जिहड़ी कार्बन लग रही है बेंजाइल हुंदी आ। तो हुण जिहड़ा एच ग्रुप आ, ठीक है, उहदा ए भी रिमूव हो सकदा, एच ग्रुप ए भी रिमूव हो सकदा, बट एक्चुअल दे विच किहड़ा एच रिमूव होऊगा, जो डायरैक्ट बेंजीन रिंग दे नाल वाली कार्बन आ, ठीक है जी। क्योंकि सेम इत्थे भी की रीजन होऊगा बेटा, इत्थे भी यही रीजन आ रहा अपने कोल कि इत्थे फ्री रेडिकल बन के आऊगा, फिर सिंगल बॉन्ड, फिर डबल सिंगल डबल सिंगल, पता ना तुहानूं बेंजीन दी स्ट्रक्चर ऐदा कॉन्जुगेशन हुंदी है बेंजीन दे विच डबल सिंगल डबल बॉन्ड, ठीक है जी। तो डायरैक्ट जो कार्बन दे नाल अटैच आ, ठीक है, तो उत्थे फिर इलैक्ट्रॉन दी कॉन्जुगेशन हो जानी आ, तो जिहदे करके इत्थे अपने कोल बेंजाइल की होऊगा सब तो ज़्यादा स्टेबल होऊगा, ठीक है। तो हुण देखो अगर आपां रिएक्टिविटी की गल करिए तो अपने कोल जो बेंजाइलिक कार्बन आ दैट इज़ द मोस्ट स्टेबल, बेंजाइलिक ते अलाइलिक इन्हां दोनों की स्टेबिलिटी की हुंदी आ, सेम हुंदी आ, बेंजाइलिक ते अलाइलिक दी। दैन उस तो बाद किसदी होगी, अल्काइलिक दी, अल्काइलिक अगेन, फिर विनाइलिक दी, अल्काइलिक तो बाद किहड़ी होगी बेटा अलाइलिक दी ज़्यादा होगी, फिर उस तो बाद विनाइलिक दी, दैन उस तो बाद लास्ट उत्ते अराइल। अराइल तो बहुत घੱਟ रिएक्टिव होणगे, अराइलिक, ठीक है। मैं पहले तुहानूं सारे दसते भी बेंजाइल, अलाइल, अल्काइल, विनाइल, अराइल किहड़े ग्रुप हुंदे ने, ठीक है जी। इहदे बेसिस उत्ते क्वेश्चन आ सकदे ने। हुण आपां हाइड्रोकार्बनस तो प्रैपरेशन कर रहे हैं, हाइड्रोकार्बनस दे विच आपां हुण प्रैपरेशन अल्केन्स तो कर ली, आपां नैक्सट हुण करदे हां फ्रॉम एल्कीन्स, फ्रॉम एल्कीन्स, फ्रॉम एल्कीन्स। एल्कीन्स मतलब की होगा, कार्बन कार्बन डबल बॉन्ड होगा, ठीक है। तो हुण आपां कार्बन कार्बन डबल बॉन्ड लैके प्रैपरेशन करांगे हैलो अल्केन्स दी, ठीक है। तो हुण देखो कार्बन कार्बन डबल बॉन्ड, इस दे विच आपां किहदी एडिशन करवावांगे, किसी भी हाइड्रोजन हैलाइड दी, HX दी। तो आपां नूं पता भी डबल बॉन्ड के उत्ते रिएक्शन बहुत फास्ट होंदी है, इत्थों बॉन्ड ब्रेक हो जाना, तो अपने को प्रोडक्ट्स की बन के आउणगे, इस दे नाल H ग्रुप लग जाना, अगेन इस दे नाल सेम X ग्रुप लग जाना, ठीक है जी। तो इदा करके तुसीं नंबर ऑफ रिएक्शनस कर सकते हो, ठीक है। इत्थे बॉन्ड हाइड्रोजन भी लै सकते हो, कार्बनस भी लै सकते हो। तो जिवें हुण आपां एक एग्जाम्पल लै लैंदे, इत्थे सपोज मेरे कोल एग्जाम्पल है CH2 डबल बॉन्ड, CH2 दे विच एडिशन किहदी करवाई आपां ने, HX की जगह ते की लै लो, Cl ग्रुप लै लो, ठीक है। तो प्रोडक्ट एडिशन किद्दां होनी है, HCl बॉन्ड ब्रेक हो जाना, तो इत्थे अपने कोल की बन के आऊगा CH3 CH2 दे नाल Cl ग्रुप, ठीक है। अल्कीन्स लईआं सी ते बन के की आ गया अपने कोल अल्काइल हैलाइड्स, ओके बेटा। तो हुण ये अपने कोल सिमिट्रीकल अल्कीन्स आ गईआं, ठीक है। उस तो बाद आपां नैक्सट एग्जाम्पल लैंदे आ कि अपने कोल अनसिमिट्रीकल भी हो सकदियां ने अल्कीन्स। तो उत्थे एक बहुत इंपॉर्टेंट क्वेश्चन बन के आऊगा, तुसीं +1 च भी किया होया होगा वो क्वेश्चन, ठीक है। सपोज तुहाडे कोल क्वेश्चन हैगा अनसिमिट्रीकल अल्कीन्स वाला, CH3 CH डबल बॉन्ड CH2, ठीक है जी। तो इत्थे आपां किहदी एडिशन करवा रहे हैं बेटा, HBr दी, ठीक है। HBr दी करवा लो, HCl HI दी एडिशन करवा लो, ठीक है। तो जो आप HBr दी एडिशन करवावांगे तो मेरे को दो पॉसिबिलिटीज़ ने एडिशन करवाउण दियां। सब तो पहली पॉसिबिलिटी की हैगी कि HBr इत्थे जाके ऐड होवे, बॉन्ड ब्रेक होवे, ठीक है। तो प्रोडक्ट की बन के आऊगा अपने कोल CH3 CH2 सिंगल बॉन्ड CH2 दे नाल की आ जाना Br, पहली पॉसिबिलिटी तो यही आ। दूजी पॉसिबिलिटी ये भी हो सकती आ कि जिवें मैं हुण इत्थे HBr दी एडिशन करवाई आ, इधर Br आ जाए तो इधर की आ जाए H आ जाए, ठीक है जी। इधर Br आ जाए तो इधर H आ जाए, तब मेरे को प्रोडक्ट्स की बन के आउणगे CH3 CH दे नाल किहड़ा ग्रुप आ जाना, Br ग्रुप, दैन उस तो बाद CH3। तो हुण दोने ही प्रोडक्ट्स दे विच डिफरेंस आ बेटा, 1 2 3, इहनूं आपां की कहांगे 2 ब्रोमो प्रोपेन, इहदा नाम की आ 2 ब्रोमो प्रोपेन, ओके। तो 1 2 3 इसका नाम क्या आ जाऊगा, 1 ब्रोमो प्रोपेन, 1 ब्रोमो प्रोपेन, ठीक है। तो हुण इत्थे अपने कोले दोनों दे विचों मेजर प्रोडक्ट की आ, बहुत इंपॉर्टेंट क्वेश्चन आ गया। इत्थे एक रूल लगदा हुंदा रजे कि अपने को 2 ब्रोमो प्रोपेन आऊगा या फिर 1 ब्रोमो प्रोपेन आऊगा। तो इत्थे एक बहुत इंपॉर्टेंट रूल लगदा, रूल की आ, जे अपने कोले कोई अनसिमिट्रीकल अल्कीन होवे, अनसिमिट्रीकल अल्कीन मतलब 3 कार्बन होण जां 5 होण जां 7 कार्बन होण, उन्हें आपां अनसिमिट्रीकल अल्कीन कहांगे, ठीक है। तो अनसिमिट्रीकल ही अडेंडम होवे, अडेंडम मतलब जिहड़ा ऐड हो रहा,
ਤਾਂ ਜਿਹੜਾ ਅਡੈਂਡਮ ਦਾ ਇਹ ਪੋਜ਼ਿਟਿਵ ਪੋਰਸ਼ਨ ਹੈ, ਇਹ ਨੈਗੇਟਿਵ ਆ। ਐਚ ਉੱਤੇ ਪੋਜ਼ਿਟਿਵ ਹੁੰਦਾ, ਬੀ ਆਰ ਉੱਤੇ ਨੈਗੇਟਿਵ ਹੁੰਦਾ। ਜਿਹੜਾ ਅਡੈਂਡਮ ਦਾ ਨੈਗੇਟਿਵ ਪਾਰਟ ਆ ਉਹ ਕਾਰਬਨ ਕਾਰਬਨ ਡਬਲ ਬੌਂਡ ਦੀ ਉਹ ਵਾਲੀ ਕਾਰਬਨ ਦੇ ਕੋਲ ਜਾਂਦਾ ਜਿਹਦੇ ਕੋਲੇ ਘੱਟ ਨੰਬਰ ਆਫ ਹਾਈਡਰੋਜਨਸ ਨੇ। ਠੀਕ ਹੈ, ਤਾਂ ਦੁਬਾਰਾ ਫਿਰ ਸੁਣੋ ਕਿ ਜਦੋਂ ਆਪਣੇ ਕੋਲ ਅਨਸਿਮੈਟ੍ਰੀਕਲ ਐਲਕੀਨ ਹੋਵੇ, ਅਨਸਿਮੈਟ੍ਰੀਕਲ ਅਡੈਂਡਮ ਹੋਵੇ, ਤਾਂ ਅਡੈਂਡਮ ਦਾ ਨੈਗੇਟਿਵ ਪੋਰਸ਼ਨ ਕਿੱਥੇ ਜਾਊਗਾ ਬੇਟਾ? ਕਾਰਬਨ ਕਾਰਬਨ ਡਬਲ ਬੌਂਡ ਦੀ ਉਹ ਵਾਲੀ ਕਾਰਬਨ ਕੋਲ ਜਾਊਗਾ ਜਿੱਥੇ ਘੱਟ ਨੰਬਰ ਆਫ ਹਾਈਡਰੋਜਨਸ ਨੇ। ਮਤਲਬ ਬੀ ਆਰ ਨੈਗੇਟਿਵ ਕਿੱਥੇ ਜਾਊਗਾ? ਡਬਲ ਬੌਂਡ ਵਾਲੀ, ਇਹਦੇ ਕੋਲ 2 ਨੇ, ਇਹਦੇ ਕੋਲ 1 ਆ, ਤਾਂ ਬੀ ਆਰ ਨੈਗੇਟਿਵ ਕਿੱਥੇ ਜਾਊਗਾ? ਜਿਹਦੇ ਕੋਲ ਘੱਟ ਨੰਬਰ ਆਫ ਹਾਈਡਰੋਜਨਸ ਨੇ। ਦਿਸ ਇਜ਼ ਦਾ ਇੰਪੋਰਟੈਂਟ ਰੂਲ ਵਿਚ ਇਜ਼ ਕਾਲਡ ਦਾ ਮਾਰਕੋਵਨਿਕਵਸ ਰੂਲ। ਮਾਰਕੋਵਨਿਕਵਸ ਰੂਲ ਬਹੁਤ ਇੰਪੋਰਟੈਂਟ ਆ ਬੇਟਾ ਜੀ ਇਹ ਰੂਲ, ਮਾਰਕੋਵਨਿਕਵਸ ਰੂਲ। ਠੀਕ ਹੈ, ਤਾਂ ਇਹਦੇ ਬੇਸਿਸ ਉੱਤੇ ਬਹੁਤ ਵਾਰੀ ਕੁਐਸਚਨਸ ਪੁੱਛੇ ਜਾਂਦੇ ਨੇ ਕਿ ਪ੍ਰੋਪੀਨ ਆਪਾਂ ਨੇ ਟਰੀਟ ਕੀਤਾ HBr ਦੇ ਨਾਲ, ਤਾਂ ਆਪਣੇ ਕੋਲ ਕੀ ਪ੍ਰੋਡਕਟਸ ਆਉਣਗੇ? ਤਾਂ 2 ਬ੍ਰੋਮੋ ਪ੍ਰੋਪੇਨ ਕੀ ਹੋਊਗਾ? ਮੇਜਰ ਪ੍ਰੋਡਕਟ, ਮੇਜਰ, ਤੇ ਇਹ ਕੀ ਹੋਊਗਾ ਆਪਣੇ ਕੋਲੇ? ਮਾਈਨਰ ਪ੍ਰੋਡਕਟ। ਠੀਕ ਹੈ, ਅਕੋਰਡਿੰਗ ਟੂ ਦਾ ਮਾਰਕੋਵਨਿਕਵਸ ਰੂਲ। ਓਕੇ ਸਟੂਡੈਂਟਸ, ਤਾਂ ਇੱਦਾਂ ਹੀ ਤੁਸੀਂ ਅਲਕੀਨਸ, ਅਲਕੇਨਸ, ਅਲਕਾਈਨਸ ਕਰ ਸਕਦੇ ਹੋ। ਠੀਕ ਆ, ਇੱਕ ਕੁਐਸਚਨ ਹੋਰ ਇਹਦਾ ਬਹੁਤ ਇੰਪੋਰਟੈਂਟ ਆ। ਠੀਕ ਹੈ, ਸੇਮ ਹੀ ਰਿਐਕਸ਼ਨ ਹੋਊਗੀ ਤੁਹਾਡੇ ਕੋਲ HBr ਹੋਊਗਾ। ਠੀਕ ਹੈ, ਮੰਨ ਲਓ ਸਪੋਜ਼ ਤੁਹਾਡੇ ਕੋਲ ਕੀ ਆ ਰਿਹਾ? CH3CH ਡਬਲ ਬੌਂਡ CH2। ਆਪਾਂ ਇਸ ਵਿੱਚ ਕਿਹਦੀ ਐਡੀਸ਼ਨ ਕਰਵਾ ਰਹੇ ਹਾਂ? HBr ਦੀ। ਠੀਕ ਹੈ ਜੀ, ਉਹੀ ਚੀਜ਼ ਆ ਨਾ ਆਪਣੇ ਕੋਲ ਕਿ ਆਪਾਂ ਸੇਮ ਕਿਸ ਦੀ ਐਡੀਸ਼ਨ ਕਰਵਾ ਰਹੇ ਹਾਂ? HBr ਦੀ। ਫਿਰ ਮੈਂ ਤੁਹਾਨੂੰ ਦੱਸਿਆ ਸੀ ਵੀ 2 ਤਰ੍ਹਾਂ ਦੇ ਪ੍ਰੋਡਕਟ ਆਉਣਗੇ। ਸਭ ਤੋਂ ਪਹਿਲਾ ਪ੍ਰੋਡਕਟ ਵੀ ਜਾਂ ਤਾਂ ਸੈਂਟਰ ਵਾਲੀ ਕਾਰਬਨ ਦੇ ਨਾਲ Br ਲੱਗ ਜਾਵੇ। ਠੀਕ ਹੈ, ਇਸ ਦੇ ਨਾਲ ਆਪਣੇ ਕੋਲ ਕੀ ਰਹਿ ਜਾਊਗਾ ਬੇਟਾ? CH ਦੇ ਨਾਲ CH3। ਠੀਕ ਹੈ, ਜਾਂ ਤਾਂ ਇਹ ਕੰਡੀਸ਼ਨ ਹੋ ਸਕਦੀ ਆ, ਕਲੀਅਰ। ਜਾਂ ਫਿਰ ਆਪਣੇ ਕੋਲ ਕੀ ਕੰਡੀਸ਼ਨ ਹੋ ਸਕਦੀ ਹੈਗੀ ਪੁੱਤਰ ਇੱਥੇ ਕਿ ਅਗਰ ਆਪਣੇ ਕੋਲ ਇਹ ਵਾਲੀ ਕਾਰਬਨ ਬਾਹਰ ਵਾਲੀ ਕਾਰਬਨ ਦੇ ਨਾਲ ਲੱਗ ਰਿਹਾ ਤਾਂ ਆਪਣੇ ਕੋਲ ਪ੍ਰੋਡਕਟਸ ਕੀ ਬਣ ਕੇ ਆਉਣਗੇ? CH3CH, ਦੈਨ ਉਸ ਤੋਂ ਬਾਅਦ ਇਸ ਦੇ ਨਾਲ CH2, ਇਹ ਕੀ ਬਣ ਜਾਊਗਾ ਆਪਣੇ ਕੋਲ? ਇਸ ਦੇ ਨਾਲ CH2Br। ਮਤਲਬ ਜਾਂ ਤਾਂ ਫਸਟ ਨਾਲ ਲੱਗੇ, ਸੈਕਿੰਡ ਨਾਲ ਲੱਗੇ, ਤਾਂ ਆਪਾਂ ਕੀ ਕਿਹਾ ਸੀਗਾ ਵੀ ਜਿਹੜਾ ਨੈਗੇਟਿਵ ਪੋਰਸ਼ਨ ਆ, ਨੈਗੇਟਿਵ ਪੋਰਸ਼ਨ ਅਡੈਂਡਮ ਦਾ ਕਿੱਥੇ ਜਾਂਦਾ ਹੁੰਦਾ? ਜਿਹਦੇ ਕੋਲ ਘੱਟ ਨੰਬਰ ਆਫ ਹਾਈਡਰੋਜਨ ਨੇ। ਤਾਂ ਇਹ ਮੇਰੇ ਕੋਲ ਕੀ ਆ ਜਾਊਗਾ? ਮੇਜਰ ਪ੍ਰੋਡਕਟ। ਇਹ ਕੀ ਆ ਜਾਊਗਾ? ਮਾਈਨਰ ਪ੍ਰੋਡਕਟ। ਠੀਕ ਹੈ, ਅਗਰ ਆਪਾਂ ਹੀ ਸੇਮ ਰਿਐਕਸ਼ਨ ਦੇ ਵਿੱਚ ਤੁਹਾਨੂੰ ਕੀ ਲਿਖਿਆ ਜਾਵੇ? ਪਰ ਆਕਸਾਈਡ। ਕੀ ਲਿਖਿਆ ਜਾਵੇ? ਪਰ ਆਕਸਾਈਡ। ਫਿਰ ਸਾਰੀ ਦੀ ਸਾਰੀ ਕਹਾਣੀ ਆਪੋਜ਼ਿਟ ਹੋ ਜਾਂਦੀ ਆ। ਠੀਕ ਹੈ, ਹੁਣ ਜੇ ਪਰ ਆਕਸਾਈਡ ਪਾ ਦਾਂਗੇ ਤਾਂ ਪਰ ਆਕਸਾਈਡ ਪਾਉਣ ਦੇ ਨਾਲ ਕੀ ਹੋਊਗਾ ਵੀ ਨੈਗੇਟਿਵ ਪੋਰਸ਼ਨ ਆ ਜਿਹੜਾ ਅਡੈਂਡਮ ਦਾ ਉਹ ਕਿਹਦੇ ਕੋਲ ਜਾਊਗਾ? ਆਪਾਂ ਪਹਿਲਾਂ ਕਹਿੰਦੇ ਸੀ ਵੀ ਘੱਟ ਨੰਬਰ ਆਫ ਹਾਈਡਰੋਜਨ ਵਾਲੀ ਕਾਰਬਨ ਕੋਲ ਜਾਊਗਾ ਨਾ। ਠੀਕ ਹੈ, ਬਟ ਹੁਣ ਕਿਹਦੇ ਕੋਲ ਜਾਊਗਾ? ਜਦੋਂ ਆਪਾਂ ਪਰ ਆਕਸਾਈਡ ਪਾ ਦੇਣੇ ਜਿਹਦੇ ਕੋਲ ਜ਼ਿਆਦਾ ਨੰਬਰ ਆਫ ਹਾਈਡਰੋਜਨ ਨੇ। ਠੀਕ ਹੈ, ਤਾਂ ਫਿਰ ਉਦੋਂ ਆਪਣੇ ਕੋਲ ਇਹ ਕੀ ਬਣ ਜਾਣਾ? ਮੇਜਰ ਪ੍ਰੋਡਕਟ, ਤੇ ਕੀ ਬਣ ਜਾਣਾ? ਮਾਈਨਰ। ਯਾਦ ਰੱਖਿਓ, ਪਰ ਆਪਾਂ ਪਾਵਾਂਗੇ ਕੀ ਇਹਦੇ ਇੱਥੇ? ਪਰ ਆਕਸਾਈਡ ਪਾਵਾਂਗੇ। ਠੀਕ ਹੈ, ਦਿਸ ਇਜ਼ ਦਾ ਅਗੇਨ ਇੰਪੋਰਟੈਂਟ ਰੂਲ, ਐਂਟੀ ਮਾਰਕੋਵਨਿਕਵਸ ਰੂਲ। ਐਂਟੀ ਮਾਰਕੋਵਨਿਕਵਸ ਰੂਲ, ਤਾਂ ਐਂਟੀ ਮਾਰਕੋਵਨਿਕਵ ਰੂਲ ਕਿੱਥੇ ਲੱਗੂਗਾ? ਜਿੱਥੇ ਆਪਣੇ ਕੋਲ HBr ਦੇ ਨਾਲ ਪਰ ਆਕਸਾਈਡ ਹੋਵੇ। ਜੇ ਪਰ ਆਕਸਾਈਡ ਨਹੀਂ ਹੈਗਾ ਫਿਰ ਕਿਹੜਾ ਰੂਲ ਹੋਊਗਾ? ਮਾਰਕੋਵਨਿਕਵਸ ਰੂਲ। ਓਕੇ ਸਟੂਡੈਂਟਸ, ਤਾਂ ਇਹ ਸੀਗੇ ਬੇਟਾ ਆਪਣੇ ਕੋਲ ਸੈਕਿੰਡ ਮੈਥਡ ਫਰੋਮ ਹਾਈਡਰੋਕਾਰਬਨਸ ਨੂੰ ਆਪਾਂ ਯੂਜ਼ ਕਰਕੇ ਹੈਲੋਜਨਸ ਦੀ ਪ੍ਰੈਪਰੇਸ਼ਨ ਕਰ ਸਕਦੇ ਹਾਂ। ਓਕੇ, ਤਾਂ ਤੁਸੀਂ ਨਾਲ ਅੱਛੀ ਤਰ੍ਹਾਂ ਵੀਡੀਓ ਨੂੰ ਦੇਖ ਕੇ ਬੇਟਾ ਉਹਦੇ ਨੋਟਸ ਬਣਾਈ ਚੱਲੋ। ਠੀਕ ਹੈ, ਫਿਰ ਉਸ ਤੋਂ ਬਾਅਦ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਮੈਥਡਸ ਕਰਾਂਗੇ ਬਾਏ ਹੈਲੋਜਨ ਐਕਸਚੇਂਜ ਐਂਡ ਸਿਲਵਰ ਸਾਲਟ ਆਫ ਕਾਰਬੋਕਸਿਲਿਕ ਐਸਿਡਸ ਐਂਡ ਰੀਅਰੇਂਜਮੈਂਟ। ਓਕੇ ਸਟੂਡੈਂਟਸ, ਥੈਂਕ ਯੂ ਬੇਟਾ।